ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ। ਅੱਜ ਦੀ ਕਲਾਸ ਦੇ ਵਿੱਚ ਜੋ ਨੈੱਟ ਦੇ ਨਾਲ ਸੰਬੰਧਿਤ ਹੈ ਉਹਦੇ ਵਿੱਚ ਆਪਾਂ ਟੈਸਟ ਸੀਰੀਜ਼ ਸਟਾਰਟ ਕੀਤੀ ਹੈ। ਤਾਂ ਇਹ ਇਹਦਾ ਦੂਸਰਾ ਪਾਰਟ ਹੈ, ਪਾਰਟ 2। ਫਸਟ ਪਾਰਟ ਦੇ ਵਿੱਚ ਆਪਾਂ 75 ਪ੍ਰਸ਼ਨਾਂ ਦੀ ਗੱਲ ਕੀਤੀ ਸੀ, ਇਸ ਦੇ ਵਿੱਚ 50 ਦੀ ਗੱਲ ਕਰ ਰਹੇ ਹਾਂ। ਤਾਂ ਫਸਟ ਸਵਾਲ ਦੀ ਆਪਾਂ ਗੱਲ ਕਰਦੇ ਹਾਂ ਜੀ। ਫਸਟ ਹੈਗਾ ਜੀ, ਭਾਸ਼ਾ ਵਿਭਾਗ ਅਤੇ ਹੋਰਨਾਂ ਜੋ ਵਿਗਿਆਨਾਂ ਦੀ ਗੱਲ ਕੀਤੀ ਹੈ। ਸ਼ਾਸਤਰਾਂ ਦਾ ਸੰਬੰਧ ਖਾਸ ਕਰਕੇ ਕਿਸੇ ਇੱਕ ਭਾਸ਼ਾ ਦੇ ਮਾਧਿਅਮ ਦਾ ਮਾਤਰ ਹੀ ਆਖਿਆ ਜਾ ਸਕਦਾ ਜੋ ਉਸ ਦੀ ਵਿਆਖਿਆ ਕਰਦਾ ਹੈ। ਇਹ ਵਾਲਾ ਸਹੀ ਹੈ ਜੀ, ਇਸ ਨੂੰ ਤੁਸੀਂ ਸਮਝ ਸਕਦੇ ਹੋ, ਕਿਉਂਕਿ ਭਾਸ਼ਾ ਤੋਂ ਬਿਨਾਂ ਨਾ ਤਾਂ ਜੀ ਵਿਆਖਿਆ ਹੋ ਸਕਦੀ ਹੈ, ਨਾ ਹੀ ਸੰਚਾਰ ਹੋ ਸਕਦਾ। ਭਾਸ਼ਾ ਵਿਗਿਆਨ ਇੱਕ ਅਧਿਐਨ ਵਿਧੀ ਵੀ ਹੈ ਜੋ ਸਾਰੇ ਵਿਗਿਆਨਾਂ ਦੇ ਕੀ ਕਹਿੰਦੀ ਹੈ ਮਸਲੇ ਨਜਿੱਠਦੀ ਹੈ। ਇਹ ਥੋੜ੍ਹਾ ਜਿਹਾ ਸਹੀ ਹੈ ਜੀ। ਆਪਾਂ ਅਤੇ ਭਾਸ਼ਾ ਤੋਂ ਬਿਨਾਂ ਵੀ ਸੰਚਾਰ ਹੋ ਸਕਦਾ ਗਾ, ਉਸ ਦੇ ਲਈ ਕਿਸ ਤਰੀਕੇ ਨਾਲ ਹੋ ਸਕਦਾ ਤਾਂ ਉਹ ਤੁਸੀਂ ਸਮਝ ਸਕਦੇ ਹੋ। ਤਾਂ ਇਹਦਾ ਆਨਸਰ ਕੀ ਬਣਨਾ ਜੀ? ਫਸਟ ਸਹੀ, ਦੂਜਾ ਥੋੜ੍ਹਾ ਜਿਹਾ ਸਹੀ ਹੈ। ਤਾਂ ਇਹਦਾ ਆਪਸ਼ਨ ਦੇ ਵਿੱਚ ਆਪਾਂ ਆਨਸਰ ਦੇਖਦੇ ਹਾਂ, ਫਸਟ ਸਹੀ, ਦੂਜਾ ਆਂਸਕ ਦੇ ਵਿੱਚ ਸਹੀ ਹੈ ਜੀ। ਤਾਂ ਫਸਟ ਵਾਲਾ ਹੀ ਇਹਦਾ ਆਪਸ਼ਨ ਬਣੇਗਾ। ਸੈਕਿੰਡ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਗੱਲ ਕੀਤੀ ਗਈ ਹੈ ਜੀ ਭਾਸ਼ਾ ਵਿਗਿਆਨੀਆਂ ਅਤੇ ਭਾਸ਼ਾ ਅਧਿਐਨ ਦੇ ਖੇਤਰ ਹੈ ਜੀ, ਉਹਨਾਂ ਦੇ ਦੱਸੇ ਹੋਏ ਅਤੇ ਉਹਨਾਂ ਨੇ ਕਿੱਥੇ ਕਿੱਥੇ ਵਰਕ ਕੀਤਾ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਆਪਾਂ ਗੱਲ ਕਰਦੇ ਹਾਂ ਜੀ ਦੁਨੀ ਚੰਦ ਦੀ, ਭਾਸ਼ਾ ਵਿਗਿਆਨੀ ਹੋਏ ਨੇ ਜੀ ਆਪਣੇ, ਉਹਨਾਂ ਦੀ ਜੀ, ਉਹਨਾਂ ਦਾ ਖੇਤਰ ਕਿਹੜਾ ਰਿਹਾ ਜੀ? ਸਾਰਾ ਹੀ ਪੰਜਾਬੀ ਖੇਤਰ ਹੈ ਜੀ ਜੋ ਉਹ ਰਿਹਾ ਗਾ। ਤਾਂ ਉਸ ਤੋਂ ਬਾਅਦ ਜੀ ਆਪਾਂ ਹਰਜੀਤ ਦੀ ਗੱਲ ਕਰਦੇ ਹਾਂ ਜੀ, ਹਰਜੀਤ ਸਿੰਘ ਗਿੱਲ ਦੀ, ਤਾਂ ਉਹਨਾਂ ਦਾ ਮਾਝਾ ਖੇਤਰ ਸੀਗਾ ਜੀ। ਉਸ ਤੋਂ ਇਲਾਵਾ ਜੀ ਸੰਧੂ ਦੀ ਗੱਲ ਕਰਦੇ ਹਾਂ ਜੀ, ਤਾਂ ਬਲਵੀਰ ਸਿੰਘ ਸੰਧੂ, ਉਹਨਾਂ ਦਾ ਖੇਤਰ ਕਿਹੜਾ ਰਿਹਾ ਜੀ? ਪੂਰਬ ਅੱਧ ਖੇਤਰ ਜੀ, ਜੋ ਪੂਰਬ ਅੱਧ ਖੇਤਰ ਹੈ ਉਹਨਾਂ ਦਾ ਸੀਗਾ ਜੀ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਜੋਸ਼ੀ ਦੀ, ਤਾਂ ਉਹਨਾਂ ਦਾ ਖੇਤਰ ਕਿਹੜਾ ਹੁੰਦਾ ਜੀ? ਤਾਂ ਉਹਨਾਂ ਦਾ ਖੇਤਰ ਸੀਗਾ ਜੀ ਦੁਆਬਾ ਖੇਤਰ। ਇਹ ਇਹਦੇ ਆਪਸ਼ਨ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਜੀ, ਏ ਦਾ ਥਰਡ ਆਪਾਂ ਦੇਖਦੇ ਹਾਂ ਤਾਂ ਇੱਕ ਦੇ ਵਿੱਚ ਹੀ ਹੈ, ਤਾਂ ਇਹਦਾ ਸਹੀ ਆਨਸਰ ਬਣ ਜਾਏਗਾ। ਥਰਡ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਕੀ ਪੁੱਛਿਆ ਜੀ? ਗਲੋਟਨ ਦੇ ਜੋ ਵਿਅੰਜਨ ਧੁਨੀਆਂ ਦੇ ਉਚਾਰਨ ਦਾ ਸੰਬੰਧ ਨਹੀਂ ਹੈ, ਕਿਹਦੇ ਨਾਲ ਨਹੀਂ ਹੈ? ਬਾਕੀਆਂ ਦੇ ਨਾਲ ਸੰਬੰਧ ਹੈਗਾ ਜੀ। ਕਿਹੜੇ ਨਾਲ ਨਹੀਂ ਹੁੰਦਾ ਜੀ ਉਚਾਰਨ? ਗਲੋਟਨ ਦੇ ਵਿੱਚ ਉਚਾਰਨ ਦਾ ਸਥਾਨ ਹੁੰਦਾ ਜੀ, ਉਹਦੇ ਵਿੱਚ ਹੈਗਾ ਜੀ ਉਚਾਰਨ ਦੀਆਂ ਵਿਧੀਆਂ ਦੀ ਗੱਲ ਕੀਤੀ ਗਈ ਹੈ, ਇਹ ਵੀ ਹੈਗਾ ਜੀ, ਸਵਰ ਯੰਤਰ ਵੀ ਹੈਗਾ, ਇਕੱਲਾ ਨੱਕ ਦੀ ਪੋਲ ਦੇ ਨਾਲ ਇਹਦਾ ਉਚਾਰਨ ਨਹੀਂ ਹੁੰਦਾ ਗਾ। ਇਹ ਇਹਦਾ ਸਹੀ ਆਨਸਰ ਹੈ। ਧੁਨੀਗ੍ਰਾਮ ਭਾਸ਼ਾ ਵਿਗਿਆਨ ਦਾ ਸੰਕਲਪ ਮਨੋਵਿਗਿਆਨੀ ਕਿਹੜਾ ਹੈਗਾ ਜੀ ਜਿਸ ਦਾ ਨਹੀਂ ਹੈ? ਆਪਾਂ ਇਹ ਕਿਸ ਦਾ ਵਿਚਾਰ ਹੈ? ਠੀਕ ਹੈ, ਉਹ ਨਹੀਂ ਹੈ ਵਿਚਾਰ, ਬਾਕੀ ਸਾਰਿਆਂ ਦੇ ਵਿਚਾਰ ਹੈ ਜੀ। ਇੱਕ ਬੰਦੇ ਦਾ ਜਿਹੜਾ ਹੈਗਾ ਗਾ ਆਪਾਂ ਦੇਖ ਸਕਦੇ ਹਾਂ ਆਨਸਰ ਦੇ ਵਿੱਚ, ਤਾਂ ਉਹ ਉਹਦਾ ਨਹੀਂ ਕਹਿ ਸਕਦੇ ਹਾਂ ਜੀ, ਉਸਦਾ ਵਿਚਾਰ ਨਹੀਂ ਹੈ। ਤਾਂ ਉਹ ਕਿਹੜੇ ਦਾ ਵਿਚਾਰ ਨਹੀਂ ਮੰਨਦੇ ਜੀ? ਬਾਕੀ ਚਮੋਸਕੀ ਦੀ ਤਾਂ ਆਪਾਂ ਗੱਲ ਹੀ ਕੀਤੀ ਹੈ ਜੀ, ਉਹਨਾਂ ਦਾ ਮੀਨ ਸੀਗਾ ਜੀ। ਤਾਂ ਉਸ ਤੋਂ ਬਾਅਦ ਸਪੀਅਰ ਦੀ ਵੀ, ਐਡਵਰਡ ਦੀ ਵੀ ਗੱਲ ਹੁੰਦੀ ਹੈ ਜੀ। ਇਕੱਲਾ ਇਹਨਾਂ ਦੀ ਫੋਰਥ ਆਨਸਰ ਹੈ ਜੀ ਟਰੂ ਬੇਸ ਦੀ, ਉਹਨਾਂ ਦਾ ਜੋ ਧੁਨੀ ਵਿਗਿਆਨ ਭਾਸ਼ਾ ਵਿਗਿਆਨ ਦੇ ਵਿੱਚ ਨਾਮ ਜ਼ਿਕਰ ਨਹੀਂ ਆਉਂਦਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਫਿਫਥ ਦੀ, ਤਾਂ ਸਮਾਨ ਦੀ ਆਪਾਂ ਗੱਲ ਕਰਦੇ ਹਾਂ ਜੀ। ਸਮਾਨ ਦੋਹਰ ਕਤੀ ਦਾ ਜੋ ਜੁੱਟ ਹੈ ਜੀ, ਉਹ ਕਿਹੜਾ ਸਹੀ ਹੈ ਉਹ ਆਪਾਂ ਦੱਸਣਾ ਗਾ। ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜੀ, ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਜੀ। ਕਾਗਜ਼ ਪੱਤਰ ਬੋਲਦੇ ਹਾਂ ਸ਼ਬਦ ਬੁਰਾ ਭਲਾ, ਠੀਕ ਹੈ, ਇਹ ਵੀ ਆਪਾਂ ਸ਼ਬਦ ਬੋਲਦੇ ਹਾਂ ਜੀ। ਉਸ ਤੋਂ ਬਿਨਾਂ ਇਹਦੇ ਵਿੱਚ ਇੱਕ ਕਮੀ ਹੈ ਜੀ, ਇਹਦੇ ਵਿੱਚ ਬ੍ਰੇਕ ਨਹੀਂ ਪਾਈ ਹੋਈ ਬੁਰਾ ਭਲਾ ਦੇ ਵਿੱਚ, ਠੀਕ ਹੈ। ਅਤੇ ਲਾਲ ਸੁਰਖ ਆਪਾਂ ਬੋਲਦੇ ਹਾਂ ਜੀ, ਠੀਕ ਹੈ। ਤਾਂ ਇਹਦੇ ਵਿੱਚੋਂ ਉਸ ਤੋਂ ਬਿਨਾਂ ਕੀ ਵਰਤਦੇ ਹਾਂ? ਕੱਟਣਾ ਵੱਢਣਾ, ਠੀਕ ਹੈ। ਇਹ ਵਾਲਾ ਇਹਦਾ ਸਹੀ ਆਨਸਰ ਹੋਏਗਾ। ਨਫਾ ਨੁਕਸਾਨ ਦੋਨਾਂ 'ਚ ਜਲ ਪਾਣੀ ਦੇ, ਇਹਨਾਂ ਦੇ ਵਿੱਚ ਨਹੀਂ ਇਹਨਾਂ ਨੇ ਬਰੈਕਟ ਪਾਈ, ਗੁਣ ਦੋਸ਼ ਦੇ ਵਿੱਚ ਜਿਸ ਤਰ੍ਹਾਂ ਪਾਈ ਹੈ। ਇੱਧਰ ਦੇ ਉੱਧਰ ਦੇ ਸਪੈਲਿੰਗ ਦੇ ਵਿੱਚ ਮਿਸਟੇਕ ਹੈ, ਤਾਂ ਇਹਦਾ ਸਹੀ ਆਨਸਰ ਸੈਕਿੰਡ ਬਣਦਾ ਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਨਾਮਕਰਨ ਕਿਹੜੀਆਂ ਲਿਪੀਆਂ ਨੇ ਜੀ? ਨਾਮਕਰਨ ਦੇ ਪੱਖ ਤੋਂ ਕਿਹੜੀ ਲਿਪੀ ਬਾਕੀਆਂ ਤੋਂ ਵੱਖਰੀ ਹੈ? ਕਿਹੜੀ ਲਿਪੀ ਵੱਖਰੀ ਹੈ ਜੀ? ਤੁਸੀਂ ਮਾੜਾ ਜਿਹਾ ਆਨਸਰ ਕਰਨਾ।
ਤਾਂ ਉਹਦਾ ਆਨਸਰ ਕੀ ਹੋ ਸਕਦਾ ਗਾ। ਤਾਂ ਸਾਰੇ ਦੇਣ ਦੀ ਕੋਸ਼ਿਸ਼ ਕਰਨਾ ਜੀ। ਨਾਮਕਰਨ ਕਿਸ ਦੇ ਪੱਖ ਤੋਂ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਵੱਖ-ਵੱਖ ਦੀ ਗੱਲ ਕਰਦੇ ਹਾਂ ਆਪਾਂ। ਨਾਮਕਰਨ ਦੇ ਬਾਕੀਆਂ ਲਿਪੀਆਂ ਦੀ ਗੱਲ ਕਰੀਏ, ਕਿਹੜੀ ਲਿਪੀ ਦਾ ਨਾਮਕਰਨ ਬਾਕੀਆਂ ਲਿਪੀਆਂ ਨਾਲੋਂ ਵੱਖਰਾ ਹੈਗਾ ਜੀ। ਗੁਰਮੁਖੀ ਲਿਪੀ ਦਾ ਜੀ ਇਹਨਾਂ ਦਾ ਨਾਮ ਹੈ ਜੋ ਆਪਾਂ ਦੇਖਦੇ ਹਾਂ ਵੱਖ-ਵੱਖ ਗੁਰੂਆਂ ਦੇ ਨਾਮਾਂ 'ਤੇ ਰੱਖਿਆ ਗਿਆ ਗਾ ਜੀ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਜੀ ਤਾਂ ਉਸ ਤੋਂ ਇਲਾਵਾ 7ਵਾਂ ਸਵਾਲ ਹੈ ਜੀ ਆਪਣਾ, ਉਹਦੇ ਵਿੱਚ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੇਖ ਸਕਦੇ ਹਾਂ ਜੀ ਭਾਰਤੀ ਭਾਸ਼ਾਵਾਂ ਦੇ ਵਿੱਚ ਜੋ ਸ਼ਬਦਾਵਲੀ ਦੀ ਸਾਂਝ ਹੈ, ਇਸ ਲਈ ਕਹਿ ਲਓ ਜੀ ਸਾਰੀਆਂ ਭਾਸ਼ਾਵਾਂ ਦੀ ਪਰਿਵਾਰਕ ਸਾਂਝਾਂ ਹਨ। ਭਾਵ ਭਾਰਤੀ ਭਾਸ਼ਾਵਾਂ ਦੀ ਸ਼ਬਦਾਵਲੀ ਦੀ ਸਾਂਝ ਹੈ ਇੱਕ ਤਾਂ ਜੀ, ਸਾਰੀਆਂ ਭਾਸ਼ਾਵਾਂ ਦੇ ਨਾਲ ਪਰਿਵਾਰਕ ਸਾਂਝਾਂ, ਇਹ ਸਹੀ ਹੈ ਜੀ। ਆਪਾਂ ਦੇਖ ਸਕਦੇ ਹਾਂ ਤੁਸੀਂ ਕਿ ਕੁਛ ਨਾ ਕੁਛ ਜਿਹੜੀਆਂ ਸਾਂਝਾਂ ਨੇ ਜੀ ਇਹਨੂੰ ਆਪਾਂ ਬੋਲ ਸਕਦੇ ਹਾਂ। ਫਸਟ ਇਹਦੇ ਵਿੱਚੋਂ ਸਹੀ ਹੈ, ਕੁਛ ਆਂਸਕ ਰੂਪ ਦੇ ਵਿੱਚ ਪੂਰਾ ਨਹੀਂ ਸਹੀ ਜੀ। ਕਿਹੜੇ ਨਾਲ ਆਪਾਂ ਗੱਲ ਕਰ ਸਕਦੇ ਹਾਂ ਆਂਸਕ ਦੇ ਵਿੱਚ ਏ ਵਾਲਾ ਫਸਟ ਇੱਕੋ ਹੀ ਆਂਸਰ ਹੈ ਤਾਂ ਦੂਜਾ ਇਹਦੇ ਵਿੱਚੋਂ ਗਲਤ ਆਂਸਰ ਬਣਦਾ ਹੈਗਾ। ਇਸ ਦੀ ਆਪਾਂ ਦੇਖ ਸਕਦੇ ਹਾਂ ਕਿਉਂਕਿ ਜੀ ਭਾਸ਼ਾ ਸ਼ਬਦਾਵਲੀ ਸਾਂਝ ਦੇ ਆਧਾਰ 'ਤੇ ਹੀ ਭਾਰਤੀ ਭਾਸ਼ਾਵਾਂ ਦਾ ਪਰਿਵਾਰਕ ਸਾਂਝ ਮੌਜੂਦ ਹੁੰਦਾ ਹੈ। ਇਹ ਥੋੜ੍ਹਾ ਜਿਹਾ ਆਪਾਂ ਕਹੀਏ ਜੀ ਇਹ ਗੱਲ ਗਲਤ ਹੋ ਜਾਂਦੀ ਹੈ ਤਾਂ ਉਹਦੇ ਨਾਲ ਨਹੀਂ ਹੁੰਦਾ ਜੀ, ਇਸ ਤਰ੍ਹਾਂ ਨਹੀਂ ਹੁੰਦਾ। 8ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੀ ਕਿਹੜਾ ਅਗੇਤਰ ਜੀ ਅਰਬੀ ਦੇ ਵਿੱਚ ਆਪਾਂ ਗੱਲ ਕਰੀਏ ਜੀ ਅਰਬੀ ਭਾਸ਼ਾ ਦੀ, ਠੀਕ ਹੈ ਜੀ, ਭਾਸ਼ਾ ਦੇ ਵਿੱਚ ਸ਼ਾਮਲ ਨਹੀਂ ਹੈ ਜੀ। ਕਿਹੜਾ ਅਗੇਤਰ ਅਰਬੀ ਫਾਰਸੀ ਸਰੋਤ ਦੇ ਵਿੱਚ ਨਹੀਂ ਹੈ, ਕਿਹੜਾ ਨਹੀਂ ਹੈ ਜੀ। ਤੁਸੀਂ ਮਾੜਾ ਦੇਖ ਕੇ ਆਨਸਰ ਕਰਨਾ ਜੀ ਇਹਦੇ ਵਿੱਚੋਂ ਜਲਦੀ ਸਾਰੇ ਜਾਣੇ। ਕਿਹੜਾ ਆਨਸਰ ਨਹੀਂ ਹੈ ਜੀ, ਨਾ ਲਾ ਇਹ ਤਾਂ ਹੁੰਦਾ ਹੀ ਹੈ ਜੀ, ਕੰਮ ਵੀ ਹੁੰਦਾ ਲੈ ਜਿਹੜਾ ਹੈਗਾ ਗਾ ਇਹਦੇ ਵਿੱਚ ਸ਼ਾਮਲ ਨਹੀਂ ਹੁੰਦਾ ਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਸਵਾਲ ਦੀ। ਭਾਰਤੀ ਯੂਰਪੀਅਨ ਪਰਿਵਾਰ ਦੇ ਕੀ ਸ਼ਾਖਾ ਦੀ ਕਲਾਸਿਕ ਭਾਸ਼ਾ ਨਹੀਂ ਹੈ, ਕਿਹੜੀ ਭਾਸ਼ਾ ਨਹੀਂ ਹੈ। ਗ੍ਰੀਕ ਹੈਗੀ ਹੈ ਜੀ, ਯੂਰਪ ਦੀ ਗੱਲ ਕਰ ਰਹੇ ਆ ਤਾਂ ਗ੍ਰੀਕ ਇਹਦਾ ਹਿੱਸਾ ਹੀ ਹੈ ਜੀ। ਸੰਸਕ੍ਰਿਤੀ ਨਾਲ ਲਤੀਨੀਓ ਦੇ ਸ਼ਬਦਾਂ ਦੇ ਵਿੱਚ ਸੰਸਕ੍ਰਿਤੀ ਨਾਲ ਵੀ ਟੱਚ ਹੋ ਗਈ। ਇਕੱਲਾ ਸੈਲੈਵਿਕ ਦੀ ਆਪਾਂ ਗੱਲ ਕਰੀਏ ਇਹ ਇਹਦੇ ਵਿੱਚ ਨਹੀਂ ਸ਼ਾਮਲ ਹੁੰਦੀ। 10ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚੋਂ ਇੰਗਲਿਸ਼ ਦੇ ਵਿੱਚ ਇਹਨਾਂ ਦੇ ਪੰਜਾਬੀ ਕਹਿ ਲਓ ਜੀ ਅੰਗਰੇਜ਼ੀ ਦੇ ਸੰਕਲਪਾਂ ਦੇ ਜੋ ਸ਼ਬਦ ਨੇ ਜੀ ਪੰਜਾਬੀ ਦੇ ਨਾਲ ਮਿਲਾਨ ਕਰਨਾ, ਭਾਵ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਨੇ ਜੀ, ਉਹਦੀ ਗੱਲ ਕਰਦੇ ਹਾਂ। ਪ੍ਰਤੀ ਉਕਤੀ ਨੂੰ ਆਪਾਂ ਲਾਸਟ ਦੇ ਵਿੱਚ ਕਹਿ ਸਕਦੇ ਹਾਂ ਜੀ, ਠੀਕ ਹੈ ਜੀ। ਚੈਪਟਰ ਫੋਨਿਕ ਰਿਲੇਸ਼ਨ ਬੋਲਦੇ ਆ ਜੀ। ਉਸ ਤੋਂ ਬਾਅਦ ਆਪਾਂ ਨਖੇੜੂ ਦੀ ਗੱਲ ਕਰਦੇ ਹਾਂ ਜੀ। ਨਖੇੜੂ ਨੂੰ ਕੀ ਬੋਲ ਸਕਦੇ ਹਾਂ ਜੀ। ਫਸਟ ਜਾਂ ਇਹਦਾ ਤੁੱਕਾ ਲਾਉਣਾ ਹੋਵੇ ਤਾਂ ਇਹਦੇ ਵਿੱਚੋਂ ਤੁਹਾਨੂੰ ਮਿਲ ਜਾਏਗਾ ਇਹਦਾ ਫੋਰਥ ਆਨਸਰ ਕੀ ਹੈ ਜੀ। ਫੋਰਥ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਇਹਦਾ ਫੋਰਥ ਸਿਰਫ ਇੱਕ ਦੇ ਵਿੱਚ ਹੀ ਹੈ ਤਾਂ ਇਹਦੇ ਸਾਰੇ ਆਨਸਰ ਤੁਹਾਨੂੰ ਮਿਲ ਜਾਣਗੇ। ਬੀ ਦਾ 1, ਸੀ ਦਾ 2, ਸੰਬੰਧਕ ਦਾ, ਅਤੇ ਬਾਕੀ ਸਾਰੇ ਆਨਸਰ ਤੁਹਾਨੂੰ ਆਪਦੇ ਆਪ ਮਿਲ ਜਾਣਗੇ ਜੇ ਤੁਹਾਨੂੰ ਇੱਕ ਆਨਸਰ ਮਿਲ ਗਿਆ ਤਾਂ। ਅਗਲੇ ਸਵਾਲ ਦੀ ਆਪਾਂ ਗੱਲ ਕਰਦੇ ਹਾਂ ਅਸੀਂ ਤਾਂ ਉਹਦੇ ਵਿੱਚੋਂ ਪ੍ਰਿਜਨ ਅਤੇ ਕਰੋਲ ਭਾਸ਼ਾਵਾਂ ਦੇ ਵਰਤਾਰੇ ਵਿੱਚ ਕਿਹੜਾ ਕਥਨ ਢੁਕਵਾਂ ਹੈ। ਪ੍ਰਿਜਨ ਲੋਪ ਹੋ ਜਾਣ ਨਾਲ ਵਰਤਾਰਾ ਹੈ। ਪ੍ਰਿਜਨ ਅਲੋਪ ਹੋ ਜਾਣਾ ਵਰਤਾਰਾ ਹੈ ਪਰ ਕਰੋਲ ਨਹੀਂ ਹੈ। ਸਹੀ ਹੈ ਜੀ। ਪ੍ਰਿਜਨ ਅਤੇ ਕਰੋਲ ਦੋਵੇਂ ਹੀ ਲੋਪ ਹੋ ਜਾਂਦੇ ਹੈ ਤਾਂ ਵਾਲੇ ਨੂੰ ਵਰਤਾਰੇ ਕਹਿੰਦੇ ਹਨ, ਠੀਕ ਹੈ। ਪ੍ਰਿਜਨ ਅਤੇ ਕਰੋਲ ਦੋਵੇਂ ਮਾਤ ਭਾਸ਼ਾਵਾਂ ਦਾ ਰੁਤਬਾ ਗ੍ਰਹਿਣ ਕਰ ਸਕਦੀਆਂ ਹਨ, ਨਹੀਂ ਹੈ ਜੀ। ਪ੍ਰਿਜਨ ਮਾਤ ਭਾਸ਼ਾ ਬਣ ਸਕਦੀਆਂ ਨਹੀਂ, ਠੀਕ ਹੈ ਜੀ। ਲੋਪ ਹੋ ਜਾਣ ਵਾਲਾ ਵਰਤਾਰਾ ਹੀ ਨਹੀਂ ਜੀ। ਇਹਦੇ ਵਿੱਚੋਂ ਫਸਟ ਹੀ ਇਹਦਾ ਸਹੀ ਹੈ ਜੀ। ਪ੍ਰਿਜਨ ਲੋਪ ਹੋ ਜਾਣ ਵਾਲਾ ਵਰਤਾਰਾ ਪਰ ਕਰੋਲ ਨਹੀਂ। ਇਹਨਾਂ 'ਚੋਂ ਇੱਕ ਚੀਜ਼ ਹੀ ਅਲੋਪ ਹੁੰਦੀ ਹੈ, ਦੂਸਰੀ ਨਹੀਂ ਹੁੰਦੀ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਅਗਲੇ ਦੀ ਕੋਸ਼ਾਕਾਰੀ ਦਾ ਮੁੱਖ ਕਹਿ ਲਓ ਜੀ। ਕੋਸ਼ਾਕਾਰੀ ਨਾਲ ਮੁੱਖ ਸੰਬੰਧ ਕਿਸ ਦਾ ਜੀ, ਠੀਕ ਹੈ ਜੀ। ਸੰਬੰਧਾਂ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਕਿਹਦਾ ਉਹਦੇ ਨਾਲ ਸੰਬੰਧ ਹੋ ਸਕਦਾ ਗਾ। ਕੋਸ਼ਾਕਾਰੀ ਕਿਹਦੇ ਨਾਲ ਉਚਾਰਨ ਨਾਲ ਵੀ ਹੁੰਦੀ ਹੈ ਜੀ, ਅਰਥਾਂ ਨਾਲ ਤਾਂ ਹੋਣਾ ਹੀ ਹੋਣਾ ਜੀ, ਠੀਕ ਹੈ।
ਗਿਆਨ ਦੇ ਅਰਥਾਂ ਦੇ ਗੱਲ ਕਰੀਏ ਤਾਂ ਉਹ ਵੀ ਹੋਏਗਾ। ਇਕੱਲਾ ਰੂਪਾਂਤਰੀ ਰੂਪਾਂ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਜੀ। ਇਹਦਾ ਸਹੀ ਆਨਸਰ ਬਣਦਾ ਗਾ। ਥਰਡ ਦੀ ਆਪਾਂ ਗੱਲ ਕਰੀਏ ਜੀ, ਵਿਚਲਨ ਸੰਕਲਪ ਦਾ ਸੰਬੰਧ ਕਿਸ ਵਿਸ਼ੇਸ਼ ਅਨੁਸ਼ਾਸਨ ਦੇ ਨਾਲ ਹੈ ਜੀ। ਅਨੁਸ਼ਾਸਨਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਚਿੰਨ੍ਹ ਵਿਗਿਆਨ ਨਾਲ ਹੁੰਦਾ ਜੀ ਵਿਚਲਨ ਦਾ, ਸਮਾਜ ਦੇ ਨਾਲ ਵੀ ਹੁੰਦਾ ਜੀ, ਉਪਭਾਸ਼ਾ ਨਾਲ ਹੁੰਦਾ, ਇਕੱਲਾ ਸ਼ੈਲੀ ਵਿਗਿਆਨ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੁੰਦਾ ਜੀ। ਉਸ ਤੋਂ ਬਾਅਦ ਆਪਾਂ 14ਵੇਂ ਸਵਾਲ ਦੀ ਆਪਾਂ ਗੱਲ ਕਰਦੇ ਹਾਂ ਜੀ। ਰੋਮਨ ਦੇ ਅਨੁਸਾਰ, ਰੋਮਨ ਜੈਕਬਸਨ ਦੇ ਅਨੁਸਾਰ ਕੀ ਕਹਿੰਦੇ ਆ ਜੀ, ਜੋ ਸੰਚਾਰ ਕਾਰਜ ਹੈ ਭਾਸ਼ਾ ਦੇ ਮੁੱਖ ਪ੍ਰਯੋਜਕ ਹਨ। ਕਿਹੜੇ ਕਿਹੜੇ ਉਹਦੇ ਵਿੱਚ ਪ੍ਰਯੋਜਕ ਹੁੰਦੇ ਆ ਜੀ, ਉਹਨਾਂ ਦੀ ਆਪਾਂ ਗੱਲ ਕਰਨੀ ਹੈ। ਤਾਂ ਉਹਦੇ ਵਿੱਚੋਂ ਕਿਹੜੇ ਕਿਹੜੇ ਹੋ ਸਕਦੇ ਆ ਜੀ, ਅਭਿਵਿਅਕਤੀ ਕਿਰਿਆਵਾਂ ਨਹੀਂ ਆ ਜੀ। ਉਹਦੇ ਵਿੱਚੋਂ ਵਿਸ਼ੇ ਮੂਲਕ ਹੋ ਸਕਦੇ ਆ ਨਹੀਂ ਆ ਜੀ। ਉਹਦੇ ਵਿੱਚੋਂ ਸੰਪਰਕ ਮੂਲਕ ਹੁੰਦੇ ਆ ਜੀ। ਫਸਟ ਕਲਾਤਮਕ, ਫਿਰ ਸੰਕੇਤ, ਫਿਰ ਭਾਵਾਤਮਕ। ਇਹ ਇਹਦਾ ਸਹੀ ਆਨਸਰ ਹੈ। ਇਹਦੀ ਸੀਰੀਜ਼ ਦੀ ਆਪਾਂ ਗੱਲ ਕਰੀਏ ਤਾਂ ਤਰਤੀਬ ਦੇ ਅਨੁਸਾਰ। 15ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਪੱਛਮੀ ਜੋ ਆਪਾਂ ਕਾਵਿ ਸ਼ਾਸਤਰ ਦੇ ਮੁੱਢਲੇ ਸਰੋਕਾਰਾਂ ਦਾ ਮੁੱਖ ਕੀ ਚੀਜ਼ ਹੈ ਇਹਦੇ ਵਿੱਚ ਸਮਾਈ ਹੋਈ, ਉਸ ਦੀ ਆਪਾਂ ਗੱਲ ਕਰੀਏ ਤਾਂ ਉਹ ਦੇਖ ਸਕਦੇ ਹਾਂ ਜੀ ਕਿਹੜੇ ਨੇ। ਪੱਛਮੀ ਕਾਵਿ ਦੇ ਮੁੱਢਲੇ ਸਰੋਕਾਰ ਪ੍ਰਮੁੱਖ ਕਿਹੜੇ ਕਿਹੜੇ ਹੁੰਦੇ ਆ ਜੀ। ਅਰਥਾਂ ਦਾ ਅਲੌਕਿਕ ਅਤੇ ਕਲਿਆਣ ਸੁਭਾਅ ਇਹਦੇ ਵਿੱਚ ਸ਼ਾਮਲ ਹੁੰਦਾ ਗਾ। 16ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸ਼ਾਮਲ ਨੇ। ਸਾਹਿਤ ਜਾਂ ਦਰਸ਼ਨ ਜੀ ਅਤੇ ਇਤਿਹਾਸ ਦੇ ਨਾਲ ਵਿਸ਼ਿਸ਼ਟ ਸੰਬੰਧ ਕਿਸ ਚੀਜ਼ ਨੇ ਸਥਾਪਿਤ ਕੀਤਾ ਜੀ। ਇਹ ਤਾਂ ਜੀ ਸਾਰਿਆਂ ਨੂੰ ਪਤਾ ਜੀ, ਅਰਸਤੂ ਨੇ ਕੀਤਾ ਗਾ। ਤਾਂ ਉਹ ਸਾਰਿਆਂ ਨਾਲ ਦਰਸ਼ਨ ਦੀ ਗੱਲ ਕੀਤੀ ਆ, ਫਿਲਾਸਫੀ ਦੀ, ਇਤਿਹਾਸ ਦੀ, ਤਾਂ ਅਰਸਤੂ ਹੀ ਕਰਦਾ ਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਇਹਨਾਂ ਦੇ ਅਗਲੇ ਸਵਾਲ ਦੀ, ਤਾਂ ਉਹ ਤੁਸੀਂ ਵੇਖ ਸਕਦੇ ਹੋ। 17ਵਾਂ ਸਵਾਲ ਹੈ ਤਾਂ ਉਹਦੇ ਵਿੱਚੋਂ ਆਪਾਂ ਗੱਲ ਕਰੀਏ ਜੀ ਫਸਟ ਕੀ ਹੈ, ਗਜ਼ਲ ਦਾ ਸਿਧਾਂਤ ਨਾਲ ਸੰਬੰਧਿਤ ਪੁਸਤਕਾਂ ਦਾ ਸਹੀ ਮੇਲ ਕਰਨਾ ਜੀ। ਇਹ ਪੁਸਤਕਾਂ ਨੇ, ਠੀਕ ਹੈ ਜੀ। ਇਹ ਉਹਨਾਂ ਦੇ ਕੈਲੋਜੀ ਰਾਈਟਰ ਨੇ, ਉਹਨਾਂ ਦਾ ਕਿਹਨੇ ਕਿਹੜੀ ਬੁੱਕ ਲਿਖੀ ਹੈ ਉਸ ਦੀ ਗੱਲ ਕਰਾਂਗੇ। ਫਸਟ ਜੀ ਪਿੰਗਲ ਅਤੇ ਠੀਕ ਹੈ ਜੀ ਅਰੂਜ਼ ਕਿਸ ਦੀ ਰਚਨਾ ਜੀ, ਜੋਗਿੰਦਰ ਸਿੰਘ ਦੀ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੀ, ਇਹ ਤਾਂ ਬਹੁਤ ਪ੍ਰਸਿੱਧ ਹੈ। ਤਾਂ ਇਹਦੇ ਵਿੱਚੋਂ ਆਨਸਰਾਂ ਦੀ ਵੀ ਆਪਾਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੀ ਸੰਪੂਰਨ ਪਿੰਗਲ ਦੀ ਗੱਲ ਕਰਦੇ ਹਾਂ ਤਾਂ ਇਹ ਕਿਸ ਦੀ ਰਚਨਾ ਹੈਗੀ ਆ ਜੀ, ਸੁਲੱਖਣ। ਆਪਾਂ ਗੱਲ ਕਰਦੇ ਹਾਂ ਜੀ ਫਸਟ ਦਾ ਆਨਸਰ ਸੀਗਾ ਥਰਡ, ਸੈਕਿੰਡ ਦਾ ਕੀ ਹੋ ਗਿਆ ਪਹਿਲਾ ਆਨਸਰ। ਗਜ਼ਲ ਕੀ ਹੈ, ਕਿਸ ਦੀ ਰਚਨਾ ਹੈਗੀ ਹੈ ਜੀ। ਗਜ਼ਲ ਦੀ ਆਪਾਂ ਗੱਲ ਕਰੀਏ ਤਾਂ ਗਜ਼ਲ ਦੇ ਬਾਰੇ ਦੀਪਕ ਜਤੋਈ ਦਾ ਜ਼ਿਕਰ ਆਉਂਦਾ ਜੀ, ਸਾਰਿਆਂ ਨੂੰ ਪਤਾ ਜੀ। ਗਜ਼ਲ ਦਾ ਵਿਆਕਰਨ ਕਿਹਨਾਂ ਨੇ ਦਿੱਤਾ ਜੀ, ਤਾਂ ਉਹ ਹੈਗਾ ਜੀ ਪਰਮਾਰ ਜੀ ਦੇ ਦਿੱਤਾ ਹੋਇਆ ਗਾ ਸਾਰਿਆਂ ਨੂੰ। ਇਹਦੇ ਆਪਸ਼ਨ ਦੇ ਵਿੱਚੋਂ ਆਪਾਂ ਗੱਲ ਕਰੀਏ ਤਾਂ ਉਹ ਵੇਖ ਸਕਦੇ ਹਾਂ ਜੀ ਆਪਾਂ ਏ ਦਾ ਥਰਡ, ਏ ਦੇ ਵਿੱਚੋਂ ਥਰਡ ਨੰਬਰ ਕਿਹਦਾ ਜੀ, ਇਹਦੇ ਵਿੱਚ ਹੈ, ਬਾਕੀ ਹੋਰ 'ਚ ਕਿਸੇ 'ਚ ਨਹੀਂ ਆਇਆ। ਤਾਂ ਇਹਦਾ ਸਹੀ ਆਨਸਰ ਏ ਵਾਲਾ ਹੋਏਗਾ। ਸੈਕਿੰਡ ਦਾ 1 ਹੋ ਗਿਆ ਜੀ, ਥਰਡ ਦਾ 4th ਹੋ ਗਿਆ। ਇਸ ਤਰੀਕੇ ਨਾਲ ਆਪਸ਼ਨ ਤੁਸੀਂ ਦੇਖ ਸਕਦੇ ਹੋ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਰਵਾਈ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਕਿਹੜਾ ਸੰਦ ਵਧੇਰੇ ਵਰਤਿਆ ਜਾਂਦਾ ਹੈ। ਰਵਾਈ ਜੋ ਹੈ ਜੀ ਉਹਦੇ ਲਈ ਕਿਹੜਾ ਸੰਦ ਵਧੇਰੇ ਵਰਤਿਆ ਜਾਂਦਾ ਗਾ। ਸਾਰੇ ਆਨਸਰ ਕਰਨਾ ਜੀ ਕਮੈਂਟ ਬਾਕਸ ਦੇ ਵਿੱਚ। ਕਿਹੜਾ ਸੰਦ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਜੀ, ਉਹ ਹੈਗਾ ਜੀ ਸਾਰਿਆਂ ਨੂੰ ਪਤਾ ਹੀ ਹੋਏਗਾ ਦਵੱਈਆ। ਕਿਹੜੇ ਵਾਰਤਕ ਰੂਪ ਨੂੰ ਅਨਿੱਜੀ ਖੁੱਲ੍ਹੀ ਚਿੱਠੀ ਵਰਗ ਮੰਨਿਆ ਜਾਂਦਾ ਗਾ। ਕਿਹੜੇ ਵਰਗ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਆਨਸਰ ਕਰਿਓ ਜੀ। ਕਿਹੜੇ ਵਾਰਤਕ ਰੂਪ ਨੂੰ ਆਪਾਂ ਨਿੱਜੀ ਖੁੱਲ੍ਹੀ ਚਿੱਠੀ ਦਾ ਨਾਮ ਦਿੱਤਾ ਜਾਂਦਾ ਗਾ, ਤਾਂ ਉਹ ਹੈਗਾ ਜੀ ਨਿਬੰਧ ਨੂੰ। ਅਤੇ ਨਿਬੰਧ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੋਈ ਵੇਖਣ ਨੂੰ ਮਿਲਦੀ ਆ ਆਪਾਂ ਨੂੰ। ਤਾਂ ਇਸ ਤਰ੍ਹਾਂ ਖੁੱਲ੍ਹੀ ਚਿੱਠੀ ਦਾ ਆਪਾਂ ਨਾਮ ਦੇ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਸ਼ਲੋਕ ਦੇ ਬਾਰੇ। ਸ਼ਲੋਕ ਕਾਵਿ ਰੂਪ ਦੇ ਪ੍ਰਧਾਨ ਸੰਦ ਕਿਹੜੇ ਹੈ ਜੀ। ਸ਼ਲੋਕ ਦੀ ਆਪਾਂ ਗੱਲ ਕਰਦੇ ਹਾਂ। ਸ਼ਲੋਕ ਦੇ ਵਿੱਚ ਕਾਵਿ ਰੂਪਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਪ੍ਰਧਾਨ ਹੁੰਦੇ ਨੇ ਜੀ। ਦੋਹਰਾ ਹੁੰਦਾ ਜੀ, ਦਵੱਈਆ ਹੁੰਦਾ, ਚੌਪਈ ਨਹੀਂ ਹੁੰਦਾ ਜੀ, ਕਵਿੱਤ ਵੀ ਨਹੀਂ ਹੁੰਦਾ ਜੀ। ਤਾਂ ਇਹਦੇ ਵਿੱਚੋਂ ਏ ਵੀ ਸਹੀ ਨੇ ਜੀ। ਤਾਂ ਆਪਾਂ ਗੱਲ ਕਰੀਏ ਤਾਂ ਉਹ ਕਿਹੜੇ ਆਪਸ਼ਨ ਦੇ ਵਿੱਚ ਏ ਸੀ ਹੈ, ਇਹ ਵੀ ਨਹੀਂ ਹੈ ਜੀ। ਏ ਅਤੇ ਬੀ ਦੋਨੇ ਸਹੀ ਨੇ ਜੀ। ਇਹਦਾ ਥਰਡ ਸਹੀ ਆਨਸਰ ਬਣੇਗਾ।
ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਭਾਰਤੀ ਕਾਵਿ ਸ਼ਾਸਤਰ ਦੇ ਅਨੁਸਾਰ ਪ੍ਰਤਿਭਾ, ਉਤਪਤੀ ਅਤੇ ਅਭਿਆਸ ਹਨ ਕਿਹੜੀਆਂ ਚੀਜ਼ਾਂ ਦੇ ਵਿੱਚ ਸ਼ਾਮਲ ਮੰਨੇ ਗਏ ਹੈ। ਤਾਂ ਉਹ ਤੁਸੀਂ ਕਿਹੜੇ ਦੇ ਅਨੁਸਾਰ ਮੰਨ ਸਕਦੇ ਜੀ? ਆਨਸਰ ਕਰਨਾ ਜੀ ਕਾਵਿ ਦੇ ਪ੍ਰਯੋਜਨ ਦੇ, ਕਾਵਿ ਦੇ ਭੇਦ ਦੇ, ਕਾਵਿ ਦੇ ਤੱਤ ਦੇ। ਉਹ ਹੈਗਾ ਜੀ ਕਾਵਿ ਦੇ ਹੇਤੂ ਦੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਤਾਂ ਉੱਤਮ ਕਾਵਿ, ਮੱਧਮ ਕਾਵਿ ਅਤੇ ਅਧਮ ਕਾਵਿ ਜੋ ਹੈਗਾ ਜੀ ਉਹ ਕਿਹਦੇ ਨਾਲ ਸੰਬੰਧ ਹੈ ਜੀ? ਕਿਹੜੀ ਚੀਜ਼ ਦੇ ਨਾਲ ਸੰਬੰਧ ਰੱਖਦਾ ਗਾ? ਤਾਂ ਤੁਸੀਂ ਦੱਸਣਾ ਕਿਹਦੇ ਨਾਲ ਸੰਬੰਧ ਰੱਖਦਾ ਜੀ। ਕਾਵਿ ਦੀ ਗੱਲ ਕਰ ਰਹੇ ਹਾਂ ਜੀ, ਇਹਦੇ ਵਿੱਚ ਵੱਖ-ਵੱਖ ਨੇ ਕੈਟਾਗਰੀਆਂ, ਤਾਂ ਉਹ ਧੁਨੀ ਸੰਪਰਦਾਇ ਦੇ ਨਾਲ ਸੰਬੰਧ ਰੱਖਦਾ ਇਸ ਦਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਹੇਮਚੰਦ ਦੇ ਅਨੁਸਾਰ ਸਵਰ ਕਾਵਿ ਦਾ ਕੇਂਦਰ ਹਨ ਕਿਹੜੇ ਕਿਹੜੇ ਜੀ? ਆਨਸਰ ਕਰਿਓ ਜੀ ਉਹਨਾਂ ਦੇ ਅਨੁਸਾਰ ਕਿਹੜੇ ਕਿਹੜੇ ਆ ਜੀ। ਤਾਂ ਉਹਦਾ ਸਹੀ ਆਨਸਰ ਹੈ ਜੀ ਨਿਬੱਧ ਅਤੇ ਅਨਿਬੱਧ, ਦੋਨਾਂ ਦੇ ਵਿੱਚ ਉਹਨੂੰ ਬਣਦੇ ਆ। ਮਹਾਂਕਾਵਿ ਦੇ ਮੁੱਖ ਲੱਛਣ ਕੀ ਹੁੰਦੇ ਆ ਜੀ? ਮਹਾਂਕਾਵਿ ਦੇ ਵਿੱਚ ਕੀ ਹੁੰਦਾ ਜੀ? ਇੱਕ ਨਾਇਕ ਹੁੰਦਾ, ਠੀਕ ਹੈ ਜੀ, ਇਤਿਹਾਸ ਦੀਆਂ ਸਥਿਤੀਆਂ ਹੁੰਦੀਆਂ ਨੇ ਅਤੇ ਵੀਰ ਰਸ ਹੁੰਦਾ ਜੀ। ਮਹਾਂਕਾਵਿ ਦੇ ਵਿੱਚ ਵੀਰ ਰਸ ਹੁੰਦਾ ਜੀ, ਹਾਸ ਰਸ ਨਹੀਂ ਹੁੰਦਾ, ਸ਼ਾਂਤ ਰਸ ਵੀ ਨਹੀਂ ਹੁੰਦਾ। ਤਾਂ ਉਹਦੇ ਵਿੱਚ ਕੀ ਹੁੰਦਾ ਗਾ? ਤਾਂ ਵੀਰ ਰਸ ਹੁੰਦਾ ਗਾ, ਤਾਂ ਕਰਕੇ ਉਹ ਪ੍ਰੇਰਨਾ ਦੇ ਸਕੇ। 25ਵੇਂ ਸਵਾਲ ਦੀ ਆਪਾਂ ਗੱਲ ਕਰੀਏ ਉੱਤਰ ਆਧੁਨਿਕਵਾਦ ਦੇ ਮੁੱਖ ਕੀ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਸ਼ਾਮਲ, ਜਾਂ ਆਪਾਂ ਉਸ ਦੀ ਗੱਲ ਕਰਦੇ ਹਾਂ ਉੱਤਰ ਆਧੁਨਿਕਤਾ ਦੀ, ਤਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਨੇ? ਠੀਕ ਹੈ ਜੀ, ਮਹਾਵਰਤਾਂਤ ਹੁੰਦਾ ਜੀ, ਠੀਕ ਹੈ। ਉਸ ਤੋਂ ਇਲਾਵਾ ਹੋਰ ਕਿਹੜਾ ਹੋ ਸਕਦਾ ਜੀ? ਬਹੁ ਸੁਰਾਪਨ ਹੁੰਦਾ ਜੀ, ਠੀਕ ਹੈ। ਉਸ ਤੋਂ ਬਾਅਦ ਦਵੰਤਤਾ ਨਹੀਂ ਹੁੰਦੀ ਆ ਜੀ। ਹਾਸਿਆਗਤ ਇਹ ਹੁੰਦਾ ਜੀ, ਭਾਵਾਂ ਦੀ ਜੋ ਪ੍ਰਤੀਨਿਧਤਾ ਕਰਦੇ ਨੇ। ਤਾਂ ਇਹਦੇ ਵਿੱਚੋਂ ਫਸਟ ਏ ਅਤੇ ਬੀ ਇਹਦੇ ਵਿੱਚ ਸ਼ਾਮਲ ਨਹੀਂ ਹੈ, ਏ ਬੀ ਇਹਦੇ ਵਿੱਚ ਸ਼ਾਮਲ ਨਹੀਂ ਹੈ, ਸਿਰਫ ਇੱਕ ਦੇ ਵਿੱਚ ਹੀ ਸ਼ਾਮਲ ਹੈ। ਇਹਦਾ ਸਹੀ ਆਨਸਰ ਹੈ। ਉਸ ਤੋਂ ਬਾਅਦ ਆਪਾਂ 26 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਆਨਸਰ ਕੀਤਾ ਹੋਇਆ ਜੀ ਧਾਨੂੰ। ਇਹਦੇ ਵਿੱਚ ਕਾਵਿ ਦੀ ਆਤਮਾ ਕਿਹਨੂੰ ਦਾ ਸਹੀ ਮਿਲਾਨ ਕਰਨਾ, ਕਿਹੜੇ ਨੇ ਕਿਹੜੇ ਕਾਵਿ ਲਿਖਿਆ ਗਾ ਉਸ ਦੀ ਆਪਾਂ ਗੱਲ ਕਰ ਰਹੇ ਹਾਂ। ਫਸਟ ਦੀ ਆਪਾਂ ਗੱਲ ਕਰੀਏ ਚਿੱਤਿਆ ਕਾਵਿ ਕਿਸ ਨੇ ਲਿਖਿਆ ਜੀ? ਤਾਂ ਉਹ ਹੈ ਜੀ ਇਹ ਵਾਲਾ ਕਸ਼ੇਮੇਂਦਰ ਦੀ ਆਪਾਂ ਗੱਲ ਕਰ ਦਿੰਦੇ ਹਾਂ। ਤਾਂ ਉਹਨਾਂ ਨੇ ਲਿਖਿਆ ਗਾ ਅਲੰਕਾਰ। ਜਿਹੜਾ ਤੁਹਾਨੂੰ ਪਤਾ ਹੋਵੇ ਸਭ ਤੋਂ ਪਹਿਲਾਂ ਉਹਦਾ ਤੁਸੀਂ ਮਿਲਾਨ ਕਰ ਲਿਆ ਕਰੋ ਜੀ, ਸਭ ਤੋਂ ਬੈਸਟ ਇਹੀ ਤਰੀਕਾ ਹੁੰਦਾ। ਅਲੰਕਾਰ ਕਿਸ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਹੀ ਪਤਾ ਜੀ, ਇਹ ਦੱਸਣ ਦੀ ਲੋੜ ਨਹੀਂ ਕਿਸੇ ਨੂੰ, ਠੀਕ ਹੈ। ਰੀਤੀ ਦੇ ਬਾਰੇ ਵੀ ਸਾਰਿਆਂ ਨੂੰ ਤਕਰੀਬਨ ਪਤਾ ਜੀ, ਤਾਂ ਉਹਦਾ ਪਤਾ ਹੀ ਹੈ ਕਿ ਵਾਮਨ ਨੇ ਕੀਤਾ, ਅਤੇ ਵਕ੍ਰੋਕਤੀ ਦੇ ਬਾਰੇ ਵੀ ਸਾਰਿਆਂ ਨੂੰ ਪਤਾ। ਤਾਂ ਜਦੋਂ ਸਾਰੇ ਪਤਾ ਹੋਣ ਪਹਿਲਾਂ ਤੁਸੀਂ ਉਹਨਾਂ ਦਾ ਮਿਲਾਨ ਕਰ ਲਓ ਜੀ, ਜਿਸ ਦਾ ਪਹਿਲਾਂ ਪਤਾ ਹੋਵੇ ਉਸ ਨੂੰ ਮਿਲਾਨ ਕਰ ਲਓ, ਫਿਰ ਆਪਸ਼ਨ ਦੇ ਵਿੱਚ ਦੇਖ ਲਓ ਤੁਹਾਡੇ ਆਨਸਰ ਸਹੀ ਹੋ ਜਾਣਗੇ। ਜਿਵੇਂ ਜੀ ਆਪਾਂ ਫਸਟ ਦੀ ਆਪਸ਼ਨ ਦੇਖੀਏ ਤਾਂ ਫੋਰਥ ਹੈ, ਤਾਂ ਆਪਸ਼ਨ ਫੋਰਥ ਵਾਲਾ ਇੱਕੋ ਹੀ ਹੈ, ਬਾਕੀ ਸਾਰੇ ਆਨਸਰ ਤੁਹਾਨੂੰ ਆਪਣੇ ਆਪ ਉਹ ਦੇ ਦੇਗਾ। 27 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਗੱਲ ਕਰਦੇ ਆ ਜੀ ਨਵ ਅਰਸਤੂਵਾਦ ਪ੍ਰਣਾਲੀ ਦੇ ਸਰੋਕਾਰਾਂ ਨੇ ਕਿਸ ਪ੍ਰਣਾਲੀ ਨੂੰ ਵਿਸ਼ੇਸ਼ ਪੁਸ਼ਟੀ ਪ੍ਰਦਾਨ ਕੀਤੀ ਹੈ? ਤਾਂ ਇਹਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜਿਆਂ ਨੂੰ ਪ੍ਰਦਾਨ ਕੀਤੀ ਹੈ ਜੀ? ਦੱਸਿਓ ਕਰਾਂ ਮਾੜਾ ਜਿਹਾ ਸੋਚ ਕੇ ਸਮਝ ਕੇ। ਚੇਨ ਵਿਗਿਆਨ ਵਾਲਿਆਂ ਨੂੰ, ਸਮਾਜ ਨੂੰ, ਅਤੇ ਨਵ ਅਰਸਤੂਵਾਦ ਦੀ ਗੱਲ ਕਰੀਏ ਤਾਂ ਉਹ ਰੂਪਵਾਦੀ ਸੀਗੇ ਜੀ, ਉਹਨਾਂ ਨੇ ਪ੍ਰਦਾਨ ਕੀਤੀ ਹੈ ਜੀ ਵਿਸ਼ੇਸ਼ ਪੁਸ਼ਟੀ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਮਾਰਕਸਵਾਦੀ ਨੇ ਜੀ, ਉਹਨਾਂ ਦੇ ਸਾਹਿਤ ਦੇ ਅਧਿਐਨ ਨਾਲ ਸੰਬੰਧਿਤ ਹੈ ਜੀ। ਉਹਨਾਂ ਦੀਆਂ ਪੁਸਤਕਾਂ ਦੀ ਸੂਚੀ ਦਿੱਤੀ ਹੋਈ ਹੈ, ਉਹ ਤੁਸੀਂ ਮਿਲਾਨ ਕਰ ਸਕਦੇ ਹੋ। ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੋਏਗਾ, ਜਿਹੜੀ ਵੀ ਤੁਹਾਨੂੰ ਪਹਿਲਾਂ ਪਤਾ ਹੋਵੇ ਜੀ ਉਹਦਾ ਤੁਸੀਂ ਮਿਲਾਨ ਪਹਿਲਾਂ ਕਰ ਸਕਦੇ ਹੋ ਜੀ, ਠੀਕ ਹੈ। ਅਤੇ ਬਾਕੀ ਤੁਹਾਡੇ ਆਨਸਰ ਉਹਦੇ ਨਾਲ ਮਿਲ ਜਾਣਗੇ। ਅਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਜੀ ਗੁੱਡਵਿਲ ਦੀ ਆਪਾਂ ਗੱਲ ਕਰੀਏ, ਠੀਕ ਹੈ, ਤਾਂ ਉਹਨਾਂ ਦਾ ਆਪਸ਼ਨ ਸਹੀ ਕੀ ਬਣੇਗਾ ਜੀ? ਸੈਕਿੰਡ ਦੇ ਨਾਲ ਉਹਨਾਂ ਦਾ ਮਿਲਾਨ ਹੁੰਦਾ ਜੀ, ਠੀਕ ਹੈ। ਰਿਐਲਿਟੀ ਦੇ ਨਾਲ ਉਹਨਾਂ ਦਾ ਸੰਬੰਧ ਹੈ, ਸਾਰਿਆਂ ਨੂੰ ਪਤਾ ਹੀ ਹੋਏਗਾ, ਬਹੁਤ ਸਾਰਿਆਂ ਨੂੰ। ਤਾਂ ਇਹਦੇ ਵਿੱਚੋਂ ਆਪਸ਼ਨਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਫਸਟ ਦਾ ਸੈਕਿੰਡ, ਦੋਵਾਂ ਦੇ ਵਿੱਚ ਹੈ ਜੀ, ਤਾਂ ਉਹ ਤੁਸੀਂ ਵੇਖ ਸਕਦੇ ਹੋ। ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਟੈਰੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਲਿਟਰੇਸੀ ਥਿਓਰੀ, ਜੋ ਲਿਟਰੇਰੀ ਥਿਓਰੀ ਦਿੱਤੀ ਹੈ ਉਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਥਿਓਰੀ ਹੈ,
ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਕਿਹੜਾ ਸਹੀ ਹੋ ਗਿਆ ਜੀ? ਫੋਰਥ ਹੈ ਇੱਧਰੋਂ, ਇਹਦਾ ਸਹੀ ਆਨਸਰ ਹੋ ਜਾਏਗਾ ਥਰਡ ਦਾ ਫੋਰਥ। ਜਿਮ ਨੇ ਪੋਲੀਟੀਕਲ ਦੀ ਆਪਾਂ ਗੱਲ ਕੀਤੀ ਹੈ, ਤਾਂ ਉਸ ਤੋਂ ਬਾਅਦ ਆਪਾਂ ਲਾਸਟ ਵਾਲਾ ਇਹ ਆਪਸ਼ਨ ਹੋ ਜਾਂਦਾ, ਇਹਦਾ ਸਹੀ ਆਨਸਰ ਬਣ ਜਾਏਗਾ ਇਹ ਵਾਲਾ ਜੀ, ਥਰਡ ਵਾਲਾ। 30 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ, 29 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਗੱਲਬਾਤ ਕੀ ਮਿਲਦੀ ਹੈ? ਸਾਹਿਤ ਦੀ ਇਤਿਹਾਸਕਾਰੀ, ਸਾਹਿਤ ਦੀ ਜੋ ਇਤਿਹਾਸਕਾਰੀ ਹੈ ਜੀ, ਉਸ ਦਾ ਨਵੀਨਤਮ ਝੁਕਾਅ ਕਿਹੜਾ ਗਾ? ਝੁਕਾਵਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਵੱਖ-ਵੱਖ ਝੁਕਾਅ ਰਹੇ ਨੇ ਜੀ, ਠੀਕ ਹੈ। ਕਾਲਮੁਖਤਾ ਉਹਦੇ ਵਿੱਚ ਨਹੀਂ ਹੈ ਜੀ, ਨਵੀਨ ਦੇ ਵਿੱਚ ਉਹਨਾਂ ਨੇ ਕਾਲਾਂ ਦੇ ਵਿੱਚ ਨਹੀਂ ਵੰਡ ਕੀਤੀ ਉਹਦੀ, ਤੱਥਾਂ ਦੀ ਵੀ ਨਹੀਂ, ਰਾਜਨੀਤੀ ਦੀ ਵੀ ਨਹੀਂ ਗੱਲ ਕੀਤੀ, ਉਹ ਬਰਤਾਂਤ ਨੂੰ ਮੁੱਖ ਮੰਨਿਆ ਜੀ ਉਹਨਾਂ ਨੇ। ਕਿਹੜਾ ਬਰਤਾਂਤ ਕਿਹਨੇ ਲਿਖਿਆ ਗਾ? ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਤਿਹਾਸਕਾਰੀ ਦੇ ਪ੍ਰਮਾਣਿਕ ਆਧਾਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਤਿਹਾਸਕਾਰੀ ਦੇ ਪ੍ਰਮਾਣਿਕ ਜੋ ਆਧਾਰ ਨੇ ਕਿਹੜੇ ਕਿਹੜੇ ਨੇ, ਤਾਂ ਉਸ ਦੀ ਆਪਾਂ ਗੱਲ ਕਰੀਏ ਨਹੀਂ, ਉਹ ਕਿਹਦੇ ਵਿੱਚ ਵੰਡ ਕੇ ਗੱਲ ਕਰਦੇ ਆ ਇਤਿਹਾਸ ਦੇ ਪ੍ਰਮਾਣਿਕ? ਉਹ ਕਾਲ, ਕ੍ਰਮ, ਰੂਪਾਕਾਰ, ਪ੍ਰਵਿਰਤੀਆਂ ਦੀ ਗੱਲ ਕਰਕੇ ਵੰਡੀ ਹੋਈ ਹੈ ਆਪਣੀ ਇਤਿਹਾਸਕਾਰੀ ਨੂੰ। ਬਾਕੀ ਜਿਹੜੇ ਨੇ ਸਾਹਿਤਕ ਪਾਠ ਇਹ ਵਗੈਰਾ ਨਹੀਂ ਹੈ ਜੀ, ਰੂਪਾਕਾਰ ਨਹੀਂ ਹੈ ਜੀ। ਫਸਟ 'ਤੇ ਆਪਾਂ ਕਾਲ ਵੰਡ ਕਰਦੇ ਹਾਂ, ਕਾਲ ਵੰਡ, ਫਿਰ ਰੂਪਕਾਰ, ਫਿਰ ਪ੍ਰਵਿਰਤੀਆਂ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਤਾਂ ਉਹਦੇ ਵਿੱਚ ਵੇਖ ਸਕਦੇ ਹਾਂ ਅਗਲਾ ਜੋ ਕਥਨ ਹੈ, ਪੰਜਾਬੀ ਸਾਹਿਤ ਦੇ ਆਦਿ ਕਾਲ ਤੋਂ ਲੈ ਕੇ ਜੀ ਰਹੱਸਵਾਦ ਦੀ ਪ੍ਰਵਿਰਤੀ ਸੱਭਿਆਚਾਰ ਬਲਵਾਨ ਰਹੀ ਹੈ ਅਤੇ ਜਿਸ ਦੇ ਨਾਲ ਸਾਰਥਕਤਾ, ਵਿਆਪਕਤਾ ਅੱਜ ਵੀ ਬਰਕਰਾਰ ਹੈ। ਕੁਛ ਹੱਦ ਤੱਕ ਸਹੀ ਹੈ ਜੀ, ਅੰਸ਼ਕ ਰੂਪ ਦੇ ਵਿੱਚ ਸਹੀ ਹੈ। ਤਾਂ ਅਗਲਾ ਦੇਖਦੇ ਹਾਂ ਜੀ ਆਪਣਾ ਅੰਸ਼ਕ ਰੂਪ ਵਿੱਚ ਸਹੀ ਸਿਰਫ ਇੱਕ ਦੇ ਵਿੱਚ ਹੀ ਹੈ, ਤਾਂ ਦੂਸਰਾ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਆਪਸ਼ਨਾਂ ਦੇ ਵਿੱਚ ਮਿਲਦਾ ਹੀ ਨਹੀਂ ਹੈ ਕਿਤੇ, ਅੰਸ਼ਕ ਫਸਟ ਦਾ ਹੀ ਇਕੱਲੇ ਦਾ ਆਪਸ਼ਨ ਹੈ, ਤਾਂ ਇਹਦਾ ਸਹੀ ਆਨਸਰ ਬਣ ਜਾਏਗਾ ਆਧੁਨਿਕ ਕਾਲ ਦੇ ਵਿੱਚ ਪ੍ਰਵਿਰਤੀਆਂ ਬਹੁਤ ਹੀ ਸਾਰਥਕਤਾ ਨਹੀਂ ਰਹੀ, ਜੋ ਕਿ ਵਿਗਿਆਨਕ ਅਤੇ ਤਕਨੋਲੋਜੀ ਦੇ ਯੁੱਗ ਦੇ ਆਪਾਂ ਦ੍ਰਿਸ਼ਟੀਮਾਨ ਵਿੱਚ ਪਰਿਵਰਤਨ ਲਿਆਂਦਾ ਗਾ। ਇਹ ਗੱਲ ਸੱਚ ਆ, ਸਾਰਿਆਂ ਨੂੰ ਪਤਾ ਜੀ, ਤਕਨੀਕਾਂ ਆਈਆਂ ਨੇ ਅਤੇ ਨਵੀਆਂ ਖੋਜਾਂ ਹੋ ਰਹੀਆਂ ਨੇ, ਇਹ ਤੁਸੀਂ ਵੇਖ ਸਕਦੇ ਹੋ। ਇਹ ਕਿਹੜਾ ਜੁੱਟ ਸਹੀ ਨਹੀਂ ਹੈ ਜੀ, ਆਪਾਂ ਨੂੰ ਜੁੱਟ ਦਿੱਤੇ ਹੋਏ ਨੇ ਇਤਿਹਾਸਕਾਰੀ ਨਾਲ ਸੰਬੰਧਿਤ ਜੋ ਕਿਤਾਬਾਂ ਨੇ ਕੁਛ, ਉਹਨਾਂ ਦੇ ਵਿੱਚੋਂ ਕਿਹੜਾ ਨਹੀਂ ਆ ਉਹਦੇ ਨਾਲ ਸੰਬੰਧਿਤ। ਨਹੀਂ ਸ਼ਬਦ ਦੇਖ ਲਿਆ ਕਰੋ ਜੀ, ਇਹਦੇ ਵਿੱਚ ਨਹੀਂ ਸ਼ਬਦ। ਦਰਦੀ ਦੀ ਜੋ ਬੁੱਕ ਹੈ ਜੀ, ਸਾਰਿਆਂ ਨੂੰ ਪਤਾ ਜੀ ਇਤਿਹਾਸਕਾਰੀ ਨਾਲ ਸੰਬੰਧਿਤ ਹੈ ਜੀ, ਬਨਾਰਸੀ ਦਾਸ ਦੇ ਪੰਜਾਬੀ ਜ਼ੁਬਾਨ ਦੇ ਉਹਦਾ ਲਿਟਰੇਚਰ ਹੈ ਜੀ, ਬਾਬਾ ਬੁੱਧ ਦੇ ਹੰਸਯੋਗ ਹੈਗੀ ਹੈ ਜੀ। ਇਹਦਾ ਲਾਸਟ ਵਾਲਾ ਆਪਸ਼ਨ ਹੈ ਜੋ ਇਹਦਾ ਸਹੀ ਨਹੀਂ ਹੈ ਜੀ, ਸਾਇਬੇਰੀਅਨ ਦੀ ਜੋ ਬੁੱਕ ਹੈ ਇਹ ਇਹਦਾ ਸਹੀ ਆਨਸਰ ਹੈ, ਜੋ ਇਹਦਾ ਸਹੀ ਜੁੱਟ ਨਹੀਂ ਹੈ, ਬਾਕੀ ਸਾਰੇ ਤਿੰਨੇ ਸਹੀ ਨੇ ਉਸ ਦੇ ਅਨੁਸਾਰ। 33 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਗਾ, ਉਸ ਦੀ ਆਪਾਂ ਗੱਲ ਕਰ ਰਹੇ ਹਾਂ। ਅਸਤਿਤਵਵਾਦੀ ਜੋ ਲਹਿਰ ਹੈ ਸੀ, ਉਸ ਦੇ ਮੁੱਖ ਸਾਹਿਤਕ ਪ੍ਰਤਿਮਾਨ ਕੀ ਨੇ, ਆਪਾਂ ਉਹਨਾਂ ਦੀ ਗੱਲ ਕਰਾਂਗੇ। ਤਾਂ ਉਹਦੇ ਵਿੱਚ ਕੀ ਸਭ ਤੋਂ ਮੇਨ ਹੈ ਜੀ, ਅਸਤਿਤਵਵਾਦੀ ਦੇ ਵਿੱਚ ਉਹ ਸੀ ਆਤਮਾ ਕੇਂਦਰਿਤ ਹੋਣ ਦੀ ਪ੍ਰਮੁੱਖਤਾ ਨੂੰ ਉਹ ਮੁੱਖ ਰੱਖਦੇ ਆ ਸੀ। ਉਸ ਤੋਂ ਬਾਅਦ ਆਪਾਂ 34 ਨੰਬਰ ਸਵਾਲ ਦੀ ਗੱਲ ਕਰਦੇ ਹਾਂ ਜੀ। ਪਰੰਪਰਾਇਕ ਜੋ ਪੰਜਾਬੀ ਪਰਿਵਾਰਕ ਬਣਤਰ ਹੈ ਜੀ, ਉਸ ਨੂੰ ਰੂਪਮਾਨ ਕਰਨ ਵਾਲੇ ਤੱਤ ਕਿਹੜੇ ਆ? ਉਸ ਨੂੰ ਰੂਪਮਾਨ ਕਾਹਦੇ ਨਾਲ ਕਰ ਸਕਦੇ ਹਾਂ ਜੀ ਤੁਸੀਂ? ਉਹ ਸੰਯੁਕਤ ਪਰਿਵਾਰ ਅਤੇ ਸਾਂਝੇ ਪਰਿਵਾਰ ਦੇ ਨਾਲ ਹੀ। ਆਪਾਂ ਜਿਹੜੇ ਪੁਰਾਣੇ ਪਰਿਵਾਰਾਂ ਦੀ ਗੱਲ ਕਰਦੇ ਹਾਂ ਤਾਂ ਸਿੱਧਾ ਹੀ ਆਨਸਰ ਲਾ ਲੈਂਦੇ ਸੀ, ਪੁਰਾਣੇ ਸੰਯੁਕਤ ਪਰਿਵਾਰ ਹੁੰਦੇ ਸੀ, ਸਾਂਝੇ ਪਰਿਵਾਰ ਹੁੰਦੇ ਸੀ, ਉਹਨੂੰ ਵਿਅਕਤ ਕਰਦੇ ਆ। ਬਾਤ ਲੋਕ ਮਨ ਕੀ, ਵਰਤਾਂਤ ਅਭਿਵਿਅਕਤੀ ਕਿਸ ਦਾ ਕਥਨ ਹੈ ਜੀ? ਇਹਨਾਂ 'ਚੋਂ ਤੁਸੀਂ ਦੱਸਣਾ ਜੀ, ਸੋਚ ਕੇ ਦੱਸਿਓ ਕਿਹਦਾ ਕਥਨ ਹੈਗਾ ਜੀ। ਤਾਂ ਥੋੜ੍ਹਾ ਜਿਹਾ ਟਾਈਮ ਦੇ ਰਿਹਾ ਜੀ ਤੁਹਾਨੂੰ, ਦੱਸਿਓ ਜੀ ਕਿਸ ਦਾ ਕਥਨ ਹੈਗਾ। ਇਹ ਹੈਗਾ ਜੀ ਬੰਜਾਰਾ ਬੇਦੀ ਦਾ, ਠੀਕ ਹੈ, ਸਾਰਿਆਂ ਨੂੰ ਪਤਾ ਹੀ ਹੋਏਗਾ। ਮੈਡਨਸ 'ਤੇ ਆਪਾਂ ਗੱਲ ਕਰਦੇ ਹਾਂ ਜੀ। ਮੈਡਨਸ ਦੇ ਬਾਰੇ ਇਹ ਕਿਹਨਾਂ ਦੀ ਰਚਨਾ ਹੈਗੀ ਹੈ, ਉਸ ਦਾ ਤੁਸੀਂ ਕਰਤਾ ਕੌਣ ਹੈ ਇਹ ਤੁਸੀਂ ਦੱਸਣਾ ਗਾ। ਤਾਂ ਦੱਸਿਓ ਜੀ, ਆਨਸਰ ਕਰਨਾ ਜੀ। ਇਹਦਾ ਆਨਸਰ ਹੈ ਜੀ ਐਮ 'ਤੇ, ਐਮ ਥਰਡ ਆਪਸ਼ਨ ਇਹਦਾ ਸਹੀ ਆਨਸਰ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਜੋ ਸੱਭਿਆਚਾਰਕ ਮਨੌਤਾਂ ਨੇ ਜੀ, ਉਹਦੇ ਨਾਲ ਸਹੀ ਚਰਨ ਜਿਹੜਾ ਰੂਪਮਾਨ ਨਹੀਂ ਕੀਤਾ, ਕਿਹੜੀ ਚੀਜ਼ ਨੇ ਨਹੀਂ ਕੀਤਾ ਗਾ, ਉਸ ਦੀ ਆਪਾਂ ਗੱਲ ਕਰੀਏ ਤਾਂ ਉਹਦਾ ਸਹੀ ਆਨਸਰ ਕੀ ਹੋ ਸਕਦਾ ਗਾ। ਤਾਂ ਆਨਸਰ ਕਰਨਾ ਜੀ, ਤਾਂ ਉਹਦੇ ਵਿੱਚੋਂ ਕਿਹੜਾ ਚੀਜ਼ ਸਹੀ ਨਹੀਂ ਰੂਪਮਾਨ ਕੀਤੀ? ਲਾੜਾ ਘੋੜੀ ਵਿਸ਼ੇਰਾ, ਦੱਸਿਓ ਜੀ ਮਾੜਾ ਜਿਹਾ ਕਿਹੜਾ? ਸ਼ਿਵ ਦਿਆਲ, ਬਲਦ ਬੱਛਾ ਜਾਂ ਪੀਰ ਬੱਕਰਾ, ਤਾਂ ਦਰਗਾਹ ਊਠ ਬਤਾਰੂ,
ਇਹਨਾਂ ਦੀ ਤੁਸੀਂ ਮਾੜਾ ਜਿਹਾ ਦੱਸਿਓ ਜੀ, ਇਹਨਾਂ ਵਿੱਚੋਂ ਸਹੀ ਆਨਸਰ ਕਿਹੜਾ ਹੈ ਜੀ। ਤਾਂ ਇਹਦੇ ਵਿੱਚੋਂ ਦਰਗਾਹ ਊਠ ਜੋ ਵਤਾਰੂ ਉਹਦੀ ਗੱਲ ਕੀਤੀ ਹੋਈ ਹੈ, ਇਹਦਾ ਸਹੀ ਮਨੌਤਾਂ ਦੇ ਅਨੁਸਾਰ ਸਹੀ ਹੈ ਜੀ। 38 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਗੱਲ ਕਰੀਏ ਕਿਸੇ ਵੀ ਸੱਭਿਆਚਾਰਕ ਸਮੂਹ ਦੀ ਲੋਕਧਾਰਾਈ ਸਿਰਜਣਾ ਵਧੇਰੇ ਕਰਕੇ ਉਸਦੇ ਆਤਮਿਕ ਮਾਹੌਲ, ਜਾਤੀਗਤ ਬੰਧਨਾਂ, ਦਾਇਰਾ, ਸੀਮਾਵਾਂ ਅਤੇ ਹੋਰ ਵਿਹਾਰਾਂ ਦੇ ਕਰਕੇ ਜਿਹੜੇ ਮੂਲਕ ਪ੍ਰਸੰਗਾਂ ਦੇ ਵਿੱਚ ਆਪ ਮੁਹਾਂਦਰੇ ਹੁੰਦੀ ਹੈ। ਸਹੀ ਹੈ ਜੀ। ਆਪਾਂ ਗੱਲ ਕਰੀਏ ਜੀ ਇਸੇ ਕਰਕੇ ਅਜੋਕੀ ਸਥਿਤੀ ਦੁਆਰਾ ਸਿਰਜੇ ਜਾ ਰਹੇ ਦਿਸਦੇ ਅਣਦਿਸਦੇ ਸ਼ਕਤੀਆਂ ਦੇ ਦਬਾਅ ਨੂੰ ਲੋਕਧਾਰਾਈ ਪ੍ਰਭਾਵਿਤ ਕਰਨ ਤੋਂ ਪ੍ਰਭਾਵਿਤ ਕਰਦੀ ਹੈ ਜੀ। ਇਹ ਤਾਂ ਕਰਕੇ ਕੀ ਹੋ ਗਿਆ, ਗਲਤ। ਪਹਿਲਾ ਸਹੀ, ਦੂਸਰਾ ਗਲਤ। ਇਹਦਾ ਸਹੀ ਆਨਸਰ ਸੈਕਿੰਡ ਹੋ ਗਿਆ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਅਗਲੇ ਸਵਾਲ ਦੀ। ਕਥਨ ਹੈ ਉਹ ਵੀ ਹੈ ਜੀ ਸੱਭਿਆਚਾਰਕ ਰੂਪਾਂ ਦੀ ਜੋ ਆਪਾਂ ਸੰਭਾਲ ਦੀ ਆਪਾਂ ਗੱਲ ਕਰੀਏ ਜੀ, ਕਾਰਜ ਦੀ ਸੀਮਾ ਹੈ ਅਤੇ ਇਸਦੀ ਕਹਿ ਲਓ ਜੀ ਪੁਰਾਤੱਤਵਵਾਦੀ ਜੋ ਨੇ ਜੀ ਸਾਰਥਕ ਕਰਨ ਦੇ ਵਿੱਚ ਉਜਾਗਰ ਕਰਨ ਦੇ ਵਿੱਚ ਯਤਨਸ਼ੀਲ ਤਾਂ ਹੀ ਰਹਿੰਦੀ ਹੈ ਜਦੋਂ ਤੱਕ ਜੀਵੰਤ ਸੱਭਿਆਚਾਰਕ ਦੇ ਤੌਰ 'ਤੇ ਗਤੀਸ਼ੀਲ ਰੂਪਾਂ ਨੂੰ ਧਿਆਨ ਨਹੀਂ ਦਿੱਤਾ ਜਾਂਦਾ। ਸਹੀ ਹੈ ਜੀ, ਕਿਉਂਕਿ ਇਸਦੇ ਸੱਭਿਆਚਾਰਕ ਦੇ ਸਥਿਰ ਰੂਪ ਭਲੀਭਾਂਤ ਕਦੇ ਸੰਭਾਲਦੇ ਨੇ ਜੀ, ਗਤੀਸ਼ੀਲ ਹੁੰਦੇ ਨੇ, ਰੂਪਾਂਤਰ ਹੁੰਦੇ ਨੇ ਜੀ। ਰੂਪਾਂ ਦੇ ਵਿੱਚ ਕਹਿ ਨਹੀਂ ਸਕਦੇ ਜੀ ਉਸਦੇ ਨੂੰ ਗਤੀਸ਼ੀਲਤਾ ਦਿੰਦੀ ਹੈ ਜਾਂ ਰੂਪਾਂਤਰ ਰੂਪਾਂ ਦੀ ਨਹੀਂ ਹੁੰਦੀ ਜੀ। ਇੱਕ ਤਾਂ ਜੀ ਸੱਭਿਆਚਾਰ ਦੇ ਜੋ ਸਥਿਰ ਰੂਪ ਹੁੰਦੇ ਆ ਜੀ ਉਹਦੀ ਸਾਂਭ ਸੰਭਾਲ ਕਰਦੇ ਹਾਂ ਤਾਂ ਉਹਦੇ ਕੀ ਹੁੰਦਾ ਜੀ, ਉਹਦੇ ਗਤੀਸ਼ੀਲ ਅਤੇ ਰੂਪਾਂਤਰਕ ਰੂਪਾਂ ਦੀ ਨਹੀਂ ਹੁੰਦੀ ਜੀ ਸਥਿਰਤਾ ਕਹਿ ਲਈਏ ਆਪਾਂ। ਉਹ ਤਾਂ ਕਰਕੇ ਜੀ ਇਹ ਦੋਨੇ ਸਹੀ ਨੇ, ਤਾਂ ਇਹਦਾ ਸਹੀ ਆਨਸਰ ਕੀ ਹੋ ਸਕਦਾ, ਦੋਵੇਂ ਸਹੀ ਨੇ, ਤਾਂ ਇਹਦਾ ਥਰਡ ਆਨਸਰ ਸਹੀ ਹੋਏਗਾ। 40 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਦੁਆਰਾ ਜੀ ਦੁਆਬਾ ਸੱਭਿਆਚਾਰਕ ਉਪਖੰਡ ਦੇ ਖੇਤਰੀ ਚਿੰਨ੍ਹਾਂ ਦੀ ਆਪਾਂ ਗੱਲ ਕਰੀਏ ਜੀ, ਪਹਿਚਾਣ ਚਿੰਨ੍ਹ ਕਿਹੜੇ ਨੇ ਜਿੱਥੋਂ ਪਤਾ ਲੱਗ ਜਾਂਦਾ ਦੁਆਬਾ ਖੇਤਰ ਦੀ ਲੈਂਗੁਏਜ ਹੈ। ਤੁਸੀਂ ਦੱਸਣਾ ਜੀ ਸਾਰੇ ਜਾਣੇ ਮਾੜਾ ਸੋਚ ਕੇ, ਮੈਂ ਥੋੜ੍ਹਾ ਜਿਹਾ ਟਾਈਮ ਦਿੰਦਾ ਜੀ ਤੁਹਾਨੂੰ, ਕਿਹੜੀਆਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਜੀ ਇਹ ਦੁਆਬੇ ਖੇਤਰ ਦੀਆਂ ਨੇ। ਤਾਂ ਦੇਖਿਓ ਜੀ ਸੋਚ ਕੇ ਚਾਰੇ ਆਪਸ਼ਨਾਂ ਨੂੰ ਦੇਖ ਕੇ, ਤਾਂ ਸੈਕਿੰਡ ਇਹਦਾ ਸਹੀ ਆਨਸਰ ਹੈ ਜੀ। 41 ਨੰਬਰ ਆਪਾਂ ਗੱਲ ਕਰਦੇ ਹਾਂ ਜੀ, ਤਾਂ ਉਹਦੇ ਵਿੱਚੋਂ ਦੇਖ ਸਕਦੇ ਹੋ ਤੁਸੀਂ ਤਾਂ ਅਖਾਣ ਅਤੇ ਮੁਹਾਵਰੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵਿੱਚ ਭਾਸ਼ਾਈ ਸੰਚਾਰ ਹੁੰਦਾ ਹੈ ਜੀ। ਕਾਹਦਾ ਹੁੰਦਾ ਗਾ, ਸੰਚਾਰ ਹੁੰਦਾ ਜੀ। ਤੁਸੀਂ ਮਾੜਾ ਜਿਹਾ ਦੱਸਿਓ ਜੀ ਕਿਸ ਚੀਜ਼ ਦਾ, ਅਖਾਣ ਮੁਹਾਵਰਿਆਂ ਦੇ ਵਿੱਚ ਵਰਤ ਜਾਣ ਭਾਸ਼ਾ ਦੇ ਵਿੱਚ ਕਿਹੜਾ ਸੰਚਾਰ ਹੁੰਦਾ, ਕਿਸ ਚੀਜ਼ਾਂ ਦਾ ਸੰਚਾਰ ਹੁੰਦਾ ਜੀ, ਉਹ ਦੱਸਿਓ ਕਰਾਂ। ਠੀਕ ਹੈ ਜੀ, ਲਾਸਟ ਪੱਧਰ 'ਤੇ ਹੁੰਦਾ, ਗਿਆਨ ਦਾ ਵੀ ਪੱਧਰ ਹੁੰਦਾ ਜੀ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਨੇ, ਜਿਹੜੀ ਇਹਦੀ ਵਿਲੱਖਣਤਾ ਹੈਗੀ ਹੈ ਇਸੇ ਕਰਕੇ ਅਸੀਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਕੁਛ ਆਪਾਂ ਨੂੰ ਕਿਤਾਬਾਂ ਦਿੱਤੀਆਂ ਨੇ ਜੀ, ਫਿਰ ਉਸ ਤਰ੍ਹਾਂ ਰਾਈਟਰ ਦਿੱਤੇ ਨੇ, ਤਾਂ ਤੁਸੀਂ ਦੇਖਿਓ ਜੀ ਕਿਹੜੀ ਦੀ ਰਚਨਾ ਕਿਹੜੀ ਹੈਗੀ ਆ, ਤਾਂ ਉਹ ਵੇਖ ਸਕਦੇ ਹਾਂ ਆਪਾਂ। ਬੁੱਧ ਪ੍ਰਕਾਸ਼ ਦੀ ਕਿਹੜੀ ਰਚਨਾ ਜੀ, ਠੀਕ ਹੈ, ਇਵੈਲੂਏਸ਼ਨ ਦੇ ਨਾਲ ਸੰਬੰਧਿਤ ਹੈ ਜੀ ਉਹਨਾਂ ਦੀ, ਠੀਕ ਹੈ। ਤਾਂ ਉਦੋਂ ਬਾਅਦ ਸੁਰਜੀਤ ਸਿੰਘ ਦੀ ਜੀ ਫੋਕ ਆਰਟ ਦੇ ਨਾਲ ਸੰਬੰਧਿਤ ਹੈ। ਜਾਂ ਆਪਾਂ ਗੱਲ ਕਰੀਏ ਜੀ ਸੁਰਜੀਤ ਸਿੰਘ ਦੀ, ਤਾਂ ਉਹਨਾਂ ਦੀ ਹੈਗੀ ਸੀਗੀ ਜੀ ਟਰਡੀਸ਼ਨ ਦੇ ਨਾਲ ਸੰਬੰਧਿਤ, ਫੋਕ ਦੇ ਨਾਲ ਸੰਬੰਧਿਤ ਗਿੱਲ ਜੀ ਦੀ ਰਚਨਾ ਹੈਗੀ ਹੈ, ਠੀਕ ਹੈ। ਗਿੱਲ ਦੀ ਰਚਨਾ ਫੋਕ ਦੇ ਨਾਲ ਸੰਬੰਧਿਤ ਹੈ, ਤਾਂ ਟਰਡੀਸ਼ਨ ਦੇ ਨਾਲ ਸੰਬੰਧਿਤ ਇਹਨਾਂ ਦੀ ਰਚਨਾ ਹੈਗੀ ਹੈ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਰਮੀਲਾ ਦੀ ਥਾਪਰ ਦੀ ਰਚਨਾ ਹੈਗੀ ਹੈ ਕਲਚਰ ਦੇ ਨਾਲ ਸੰਬੰਧਿਤ, ਠੀਕ ਹੈ। ਤਾਂ ਇਹਦੇ ਵਿੱਚੋਂ ਆਪਾਂ ਮੈਚਿੰਗ ਕਰਨੀ ਹੈ ਫਸਟ ਦਾ ਸੈਕਿੰਡ ਇਹ ਵਾਲਾ। ਤਾਂ ਉਸ ਤੋਂ ਬਿਨਾਂ ਜੀ ਸੈਕਿੰਡ ਦਾ ਫੋਰਥ, ਥਰਡ ਇਹਦਾ ਸਹੀ ਆਨਸਰ ਹੋਏਗਾ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਗਲਾ ਲੋਕ ਸਾਜ਼ਾਂ ਦੇ ਬਾਰੇ। ਲੋਕ ਸਾਜ਼ਾਂ ਦਾ ਕਿਹੜਾ ਵਰਗ ਸਹੀ ਹੈ ਜੀ, ਆਪਾਂ ਨੂੰ ਵਰਗ ਦਿੱਤੇ ਹੋਏ ਨੇ ਜੀ, ਕਿਹੜੇ ਕਿਹੜੇ ਵਰਗਾਂ ਦੀ ਗੱਲ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਜੀ। ਇਹਨਾਂ ਵਿੱਚੋਂ ਤੁਸੀਂ ਆਪਸ਼ਨ ਦਿੱਤੇ ਹੋਏ ਨੇ ਜੀ, ਦੇਖ ਕੇ ਦੱਸੋ ਕਿਹੜਾ ਸਹੀ ਵਰਗ ਹੈ ਜੀ। ਇਹਦਾ ਸੈਕਿੰਡ ਆਪਸ਼ਨ ਦੇਖੀਏ ਜੀ, ਇਹ ਵਾਲਾ ਸਹੀ ਵਰਗ ਹੈਗਾ, ਇਹਦਾ ਆਨਸਰ ਹੈ। ਲੋਕਧਾਰਾ ਦੇ ਅਧਿਐਨ ਵਿਧੀਆਂ ਕਿਹੜੀਆਂ ਨੇ। ਲੋਕਧਾਰਾ ਦੇ ਆਪਾਂ ਅਧਿਐਨ ਦੀ ਗੱਲ ਕਰੀਏ ਤਾਂ ਕਿਹੜੀਆਂ ਵਿਧੀਆਂ ਦੇ ਰਾਹੀਂ ਅਧਿਐਨ ਹੁੰਦਾ ਗਾ। ਲੋਕਧਾਰਾ ਲਈ ਇਤਿਹਾਸ ਜ਼ਰੂਰੀ ਹੈ ਜੀ, ਭੂਗੋਲਿਕ ਇਹ ਸਾਰੀਆਂ ਸਿਰਜਣਾਵਾਂ ਹੋਣਗੀਆਂ ਜੀ। ਵਿਚਾਰਾਂ ਦੀ ਕੋਈ ਗੱਲ ਨਹੀਂ ਕਰਦੇ ਹੁੰਦੇ ਜੀ, ਲੋਕਧਾਰਾ ਦੇ ਵਿੱਚ ਨਹੀਂ ਹੋਏਗੀ ਜੀ। ਸਿਰਜਣਾ ਦੀ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਜੀ ਉੱਧਰੋਂ, ਠੀਕ ਹੈ। ਪ੍ਰਸੰਗਤਾ ਦੀ ਲੋੜ ਨਹੀਂ,
ਪ੍ਰਕਾਰਜ ਹੁੰਦਾ ਜੀ, ਮਨੋ ਵਿਸ਼ਲੇਸ਼ਣ ਹੁੰਦਾ। ਇਹ ਫਸਟ ਹੋ ਗਿਆ, ਇਹ ਵਾਲਾ ਹੋ ਗਿਆ ਜੀ। ਇਹ ਇਹਦੇ ਵਿੱਚੋਂ ਨਹੀਂ ਹੁੰਦਾ ਜੀ, ਮਨੋ ਵਿਸ਼ਲੇਸ਼ਣ ਉਹਦੇ ਨਾਲ ਹੀ ਹੈ ਜੀ, ਪਹਿਲਾਂ ਹੀ ਆ ਗਿਆ ਉਹਦੇ ਵਿੱਚੋਂ। ਠੀਕ ਹੈ, ਤਾਂ ਏ ਔਰ ਸੀ ਇਹਦਾ ਸਹੀ ਆਨਸਰ ਹੈ। ਥਰਡ ਇਹਦਾ ਸਹੀ ਆਨਸਰ ਬਣ ਜਾਏਗਾ। ਉਸ ਤੋਂ ਬਾਅਦ ਫਿਰ ਆਪਣੇ ਕੋਲ ਬੁੱਕਸ ਆ ਗਈਆਂ ਨੇ ਜੀ, ਕੁਛ ਮਤਲਬ ਅਪਰੋਚ ਹੈਗੀਆਂ ਨੇ ਜੀ ਕਲਚਰ ਦੇ ਅਕੋਰਡਿੰਗ। ਲੇਖਕਾਂ ਦੇ ਨਾਮ ਨੇ ਜੀ, ਉਹ ਤੁਸੀਂ ਮੈਚ ਕਰਨੇ ਨੇ, ਤਾਂ ਕਰੋ ਜੀ ਮੈਚ। ਫਸਟ ਜੋ ਹੈਗਾ ਜੀ, ਲੀਚ ਦੀ ਕਿਹੜੀ ਰਚਨਾ ਹੈਗੀ ਹੈ, ਕਾਹਦੇ ਨਾਲ ਸੰਬੰਧ ਰੱਖਦੀ ਹੈ, ਤੁਸੀਂ ਸਾਰਿਆਂ ਨੂੰ ਪਤਾ ਹੀ ਹੋਏਗਾ। ਉਹ ਕਲਚਰ ਦੇ ਨਾਲ ਸੰਬੰਧ ਰੱਖਦੀ ਹੈ। ਠੀਕ ਹੈ ਜੀ, ਫਸਟ ਦਾ ਕੀ ਹੋ ਗਿਆ। ਥਰਡ ਸੈਕੰਡ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚੋਂ ਦੇਖ ਸਕਦੇ ਹਾਂ ਜੀ। ਠੀਕ ਹੈ, ਇਹਨਾਂ ਦਾ ਵੀ ਕਲਚਰ ਦੇ ਨਾਲ ਸੰਬੰਧਿਤ ਹੈ, ਇਹ ਵਾਲੀ ਰਚਨਾ ਹੈਗੀ ਆ। ਤਾਂ ਉਸ ਤੋਂ ਬਾਅਦ ਮੈਕਸ ਮੁਲਰ ਦੀ ਆਪਾਂ ਸਾਰਿਆਂ ਨੂੰ ਪਤਾ ਹੀ ਰਿਲੀਜਨ ਦੇ ਨਾਲ ਸੰਬੰਧਿਤ ਹੈ ਜੀ, ਉਹਨਾਂ ਨੇ ਅਪਰੋਚ ਦੀ ਗੱਲ ਕੀਤੀ ਸੀਗੀ। ਤਾਂ ਉਸ ਤੋਂ ਬਾਅਦ ਲਾਸਟ ਕੀ ਆਪਸ਼ਨ ਬਚਦਾ ਗਾ, ਤਾਂ ਇਹਦੇ ਵਿੱਚ ਆਪਸ਼ਨਾਂ ਦੀ ਆਪਾਂ ਗੱਲ ਕਰੀਏ ਫਸਟ ਦਾ ਥਰਡ ਇੱਕ ਦੇ ਵਿੱਚ ਹੀ ਹੈ ਜੀ, ਇਹਦਾ ਸੈਕੰਡ ਇਹਦਾ ਸਹੀ ਆਪਸ਼ਨ ਹੋਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਖੋਜ ਪ੍ਰਬੰਧ ਦੇ ਜੋ ਅਨਿਵਾਰੀ ਅੰਗ ਕਿਹੜੇ ਕਿਹੜੇ ਹੁੰਦੇ ਨੇ ਜੀ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਤਾਂ ਉਹਦੇ ਵਿੱਚ ਕਿਹੜੇ ਕਿਹੜੇ ਅੰਗਾਂ ਨੂੰ ਸ਼ਾਮਲ ਕੀਤਾ ਗਿਆ ਗਾ, ਕਿਹੜੇ ਕਿਹੜੇ ਨੇ ਜੀ, ਤੁਸੀਂ ਮਾੜਾ ਦੱਸਣ ਦੀ ਕੋਸ਼ਿਸ਼ ਕਰਿਓ ਕਿਹੜੇ ਕਿਹੜੇ ਨੇ ਜੀ ਖੋਜ ਦੇ ਵਿੱਚ। ਉਹਦੇ ਵਿੱਚ ਅਧਿਆਇ ਵੰਡ ਹੁੰਦੀ ਹੈ ਜੀ, ਸਾਰ ਹੁੰਦਾ ਜੀ, ਸਥਾਪਨਾ ਹੁੰਦੀ ਹੈ, ਪੁਸਤਕ ਸੂਚੀ ਹੁੰਦੀ ਹੈ, ਇਹ ਸਾਰੇ ਹੁੰਦੇ ਨੇ ਸ਼ਾਮਲ ਜੀ। ਖੋਜ ਸੰਦਾਂ ਦੀ ਆਪਾਂ ਗੱਲ ਕਰੀਏ ਜੀ, ਕਿਹੜਾ ਵਰਗ ਸਹੀ ਹੈ ਜੀ ਉਹਨਾਂ ਦੇ ਲਈ। ਠੀਕ ਹੈ ਜੀ, ਖੋਜ ਸੰਦਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਸਭ ਤੋਂ ਪਹਿਲਾਂ ਆਪਾਂ ਹਵਾਲਾ ਦਿੰਦੇ ਹੁੰਦੇ ਹਾਂ ਜੀ, ਤਾਂ ਲਾਸਟ ਆਪਸ਼ਨ ਦੇ ਵਿੱਚ ਪ੍ਰਸ਼ਨਾਵਲੀ ਹੈ, ਸਾਰਾ ਕੁਛ ਇਹਦੇ ਵਿੱਚ ਸ਼ਾਮਲ ਹੁੰਦੇ ਆ ਜੀ। ਉਸ ਤੋਂ ਬਾਅਦ ਸਾਹਿਤ ਦੀ ਗੱਲ ਕਰੀਏ ਜੀ, ਇਤਿਹਾਸਕਾਰੀ ਨਾਲ ਸੰਬੰਧਿਤ ਗੱਲ ਕਰੀਏ ਜੀ, ਤਾਂ ਕੋਸ਼ਿਸ਼ ਕਰਨਾ ਜੀ ਸਾਹਿਤ ਦੀ ਇਤਿਹਾਸਕਾਰੀ ਹੈ ਜੋ ਉਸ ਦੇ ਨਾਲ ਸੰਬੰਧਿਤ ਭਾਸ਼ਾ ਸਨਮਾਨ ਪੁਰਸਕਾਰ ਕਿਸ ਨੂੰ ਮਿਲਿਆ ਜੀ, ਇਹ ਤੁਸੀਂ ਮਾੜਾ ਦੱਸਣ ਦੀ ਕੋਸ਼ਿਸ਼ ਕਰਨਾ ਜੀ। ਕਿਸ ਨੂੰ ਮਿਲਿਆ ਜੀ, ਜਸਪਾਲ ਜੀ ਨੂੰ ਭਾਸ਼ਾ ਦਾ ਸਨਮਾਨ ਦਿੱਤਾ ਗਿਆ ਗਾ। ਅਗਲੇ ਸਵਾਲ ਦੀ ਆਪਾਂ ਗੱਲ ਕਰਦੇ ਹਾਂ ਜੀ, ਇਹਦੇ ਵਿੱਚ 49 ਦੇ ਵਿੱਚ ਗੱਲ ਕੀਤੀ ਹੋਈ ਹੈ ਸਮਕਾਲੀ ਪੰਜਾਬੀ ਉਪਾਧੀ ਅਪੇਖ ਦੇ ਆਪਾਂ ਅਣਗੌਲਿਆ ਵਿਸ਼ਾ ਕਿਹੜਾ ਜਾ ਰਿਹਾ ਜੀ। ਅਧਿਐਨ ਖੇਤਰ ਦੀ ਆਪਾਂ ਗੱਲ ਕਰੀਏ ਤਾਂ ਹੁਣ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਘੱਟ ਖੋਜ ਹੋ ਰਹੀ ਹੈ ਜੀ ਸੂਫੀ ਵੀਰਕਾਵ ਜਨਮ ਸਾਖੀਆਂ ਦੇ ਬਾਰੇ ਜੀ, ਇਹ ਵਾਲਾ ਸਹੀ ਆਨਸਰ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਖੋਜ ਨਾਲ ਸੰਬੰਧਿਤ ਆਪਣੀ ਜੀ ਖੋਜ ਤਾਂ ਅਤੇ ਵਿਹਾਰ ਜੀ ਕਿਸ ਦੀ ਬੁੱਕ ਹੈ ਜੀ, ਇਹ ਕਿਸ ਦੀ ਬੁੱਕ ਹੈ ਜੀ, ਪਿਆਰਾ ਸਿੰਘ ਦੀ ਬੁੱਕ ਹੈ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਪੰਜਾਬੀ ਵਿੱਚ ਖੋਜ ਅਤੇ ਸੇਧ ਦਵਿੰਦਰ ਸਿੰਘ ਦੀ ਹੈ ਜੀ। ਖੋਜ ਚਿੰਤਨ ਦੀ ਆਪਾਂ ਗੱਲ ਕਰੀਏ ਤਾਂ ਉਹ ਕਿਸ ਦੀ ਰਚਨਾ ਹੈ ਜੀ, ਕੇਸਰ ਸਿੰਘ ਕੇਸਰ ਦੀ। ਤਾਂ ਉਸ ਤੋਂ ਇਲਾਵਾ ਜੀ ਪੰਜਾਬੀ ਖੋਜ ਦਾ ਇਤਿਹਾਸ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਹੈਗਾ ਜੀ ਧਰਮ ਸਿੰਘ ਦੀ ਰਚਨਾ। ਤਾਂ ਇਹ ਤੁਸੀਂ ਸਾਰੀਆਂ ਰਚਨਾਵਾਂ ਨੂੰ ਤੁਸੀਂ ਮੈਚ ਕਰ ਲੈਣਾ ਜੀ। ਕਾਲਮ ਦੀ ਆਪਸ਼ਨ ਦੀ ਆਪਾਂ ਗੱਲ ਕਰਾਂ, ਇਹਦਾ ਥਰਡ ਦੇ ਆਪਸ਼ਨ ਇਹਦਾ ਸੈਕੰਡ ਆਪਸ਼ਨ ਇਹਦਾ ਸਹੀ ਬਣੇਗਾ। ਤਾਂ ਇਹ ਕੁਛ ਸਵਾਲ ਸੀਗੇ ਜੀ ਹੱਲ ਕਰਾਏ ਹੋਏ ਤੁਹਾਨੂੰ, ਤਾਂ ਜਿਸ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਵੱਖ-ਵੱਖ ਕੁਐਸਚਨਾਂ ਦੀ ਜੋ ਕਹਿ ਲਓ ਜੀ ਸਮੇਂ 'ਤੇ ਪੇਪਰਾਂ ਦੇ ਵਿੱਚ ਆਏ ਹੋਏ ਨੇ ਜੀ, ਉਹਨਾਂ ਦੀ ਗੱਲ ਕੀਤੀ ਹੋਈ ਹੈ। ਤਾਂ ਉਹਦੇ ਵਿੱਚ ਮਹੱਤਵਪੂਰਨ ਜੋ ਕੁਐਸਚਨ ਨੇ ਉਹਨਾਂ ਦੀ ਚਰਚਾ ਕੀਤੀ ਹੋਈ ਹੈ ਕਿ ਤੁਹਾਨੂੰ ਥੋੜ੍ਹਾ ਜਿਹਾ ਆਨਸਰ ਮਿਲ ਜਾਏਗਾ। ਉਮੀਦ ਕਰਦਾ ਸਾਰਿਆਂ ਨੂੰ ਪਸੰਦ ਆਏਗੀ। ਜੇਕਰ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ, ਸ਼ੇਅਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ। ਧੰਨਵਾਦ ਜੀ।